नमस्कार, सत श्री अकाल, बहुत बहुत आदाब, जय श्री राम, जय श्री कृष्णा, जय माता शेरा वाली। मैं हूं प्रकाश एस्ट्रोलॉजर। पेश करूंगा आपका प्यारा प्रोग्राम ज्योतिष शास्त्र। आपसे बात करते हैं, मुखातिब होते हैं, गुफ्तगू करते हैं। प्रोग्राम में भाग लेना चाहते हैं, टेलीफोन उठाना होगा, नंबर डायल करना होगा। मैं हाजिर हूं, मैं आपसे बात करूंगा। हेलो। Hello. हाँ जी, नमस्कार जी। Namaskar. Yeah, I just want to ask about my son. कैन आई हैव योर सन्स नेम प्लीज? Starts with S. Sandeep. कैन आई हैव द फुल नेम? आई सेव द कुंडली। Sandeep. संदीप, Sunny. ओके। Yeah. डेट ऑफ बर्थ? 26/02/1986. 26th of February Yeah. 1986. 1986. Yeah. Time of birth? It's either 19 minutes past 1 midnight or 19 minutes past 12. I'm not sure about that. Okay. After midnight. Place of birth? Greenford. Okay. London. London, okay. How can I help you? I just want to ask about his when he's going to get married, his future, his career. Is he very aggressive? Sometimes. No. Is he very aggressive in his word or speech? Not all the time, no. Okay. Because I have to make a correction regarding his time of birth. Okay. He's sort of very laid back. Yeah. Has he got any kind of a qualification? Yeah, he's done IT, but he's hasn't got into that part. No. of the Has he finished his professional qualification? Yeah, he's got a diploma in IT, information technology. Okay. Is he like a HND? Yes. Okay. Can I hold the call? I'll be taking you in the break. I'll be talking to you during the break. Okay. चलते हैं ब्रेक की तरफ, मिलते हैं within 4 minutes after the break. Thank you. हाँ जी, हाँ जी. ਉਹਨਾਂ ਕੋਲ professional qualification हैगी है? हाँ जी. Okay. पर वो जॉब उस लाइन पर नहीं देखता. एक जॉब मिली है ਉੱਥੇ बस टिके आया. ये मैं सोचती हूँ कि कैसे वो. नहीं, ਤੁਹਾਡੀ ਮੈਨੂੰ ਗੱਲ ਨਹੀਂ ਸਮਝੇ। ਜੌਬ ਮਿਲੀ ਹੋਈ ਹੈ ਇਹਨਾਂ ਨੂੰ? हाँ जी, पर वो लाइन ਤੇ नहीं. किस तरह? ਉਹ ਲਾਈਨ ਨਹੀਂ, ਇਨਫੋਰਮੇਸ਼ਨ ਟੈਕਨੋਲੋਜੀ ਨਹੀਂ, ਬਸ ਕੋਰੀਅਰ ਕਰਦਾ ਹੈ ਦੱਸੇ. ਲਾਈਕ ਡਰਾਈਵਰ ਦੀ ਜੌਬ ਹੈ? ਤੁਹਾਡਾ ਬੇਟਾ ਸਟਬਨ ਕਾਫੀ ਹੈ? ਇੰਨਾ ਵੀ ਨਹੀਂ, ਥੋੜਾ ਵੀ ਨਹੀਂ, ਥੋੜਾ ਮਿਡਲ. ਸੋ ਜਿੱਦਾਂ ਆਗੇ ਨਹੀਂ ਕਰਦਾ, ਬਸ ਯੈਸ ਕਰਦਾ ਰਹਿੰਦਾ, ਪਰ ਕਰਦਾ ਆਪਣੀ ਮਰਜ਼ੀ ਹੈ. ਸੋ ਆਈ ਡੋਨਟ ਨੋ. ਜਿੱਥੇ ਤੱਕ ਤਾਂ ਇਹਨਾਂ ਦਾ ਵਿਆਹ ਦੀ ਗੱਲ ਹੈ, ਉਹ ਤਾਂ ਪਿਛਲੇ 1 ਸਾਲ ਤੋਂ ਮੈਰਿਜ ਵਿੰਡੋ ਉਹਨਾਂ ਦੀ ਖੁੱਲੀ ਹੋਈ ਹੈ. ਅੱਛਾ. ਲੇਕਿਨ ਤੁਹਾਡਾ ਜਿਹੜਾ ਬੇਟਾ, ਉਹ ਤਾਂ 30 ਮਈ ਤੇ ਖੁੱਲੀ ਹੈ ਵਿਆਹ ਦੀ ਵਿੰਡੋ ਤਾਂ। ਲੇਕਿਨ ਤੁਹਾਡਾ ਬੇਟਾ ਮੰਗਲੀਕ ਹੈ, ਇਸ ਕਰਕੇ ਜਿਹੜਾ ਵਿਆਹ ਹੈ ਉਹ ਵਰਕਆਊਟ ਹੋਣਾ ਜਾਂ ਵਿਆਹ ਹੋਣਾ ਥੋੜਾ ਟਾਈਮ ਲੱਗ ਸਕਦਾ ਹੈ। ਅੱਛਾ. ਤੁਹਾਡਾ ਤੁਸੀਂ ਪੁੱਛਣਾ ਕੀ ਚਾਹੁੰਦੇ ਹੋ ਇਹਨਾਂ ਬਾਰੇ? ਇਹ ਕਦ ਤੱਕ ਸ਼ਾਦੀ ਹੋਊਗੀ, ਨਾਲੇ ਕਰੇ ਵਾਈਜ਼ ਦਾ ਕਿੱਦਾਂ ਠੀਕ ਰਹੂਗਾ? ਹੁਣ ਮੈਂ ਤੁਹਾਨੂੰ ਇਹਦੇ ਕਰੀਅਰ ਦੀ ਪ੍ਰੈਡਿਕਸ਼ਨ ਦੇ ਦਿੰਦਾ। ਤੇ ਕਿਉਂਕਿ ਇਹਦਾ ਜਿਹੜਾ ਟਾਈਮ ਚੱਲ ਰਿਹਾ ਉਹ ਕਾਫੀ ਇੰਪੋਰਟੈਂਟ ਟਾਈਮ ਹੈ।
मैं ये सवाल पूछना, ਇਹਦਾ ਜਿਹੜਾ ਕਰੀਅਰ ਡਿਵੈਲਪ ਹੋਣਾ ਹੈ ਉਹ 28 ਸਾਲ ਦੀ ਉਮਰ ਤੋਂ ਬਾਅਦ ਹੀ ਹੋਣਾ ਹੈ ਜੀ। ਅੱਛਾ ਜੀ। ਕਰੀਅਰ ਦੀ ਡਿਵੈਲਪਮੈਂਟ 28 ਸਾਲ ਦੀ ਉਮਰ ਤੋਂ ਬਾਅਦ ਹੋਏਗੀ, 28 ਦੀ ਏਜ ਤੋਂ ਬਾਅਦ ਹੋਣੀ ਹੈ। ਅੱਛਾ ਜੀ। ਲੇਕਿਨ 28 ਦੀ ਏਜ ਤੋਂ ਬਾਅਦ ਇਹਨਾਂ ਦੇ 3 ਸਾਲ ਇਦਾਂ ਦੇ ਹੋਣਗੇ ਜਿਹਦੇ ਵਿੱਚ ਇਹ ਆਪਣੇ ਆਪ ਨੂੰ ਐਸਟੈਬਲਿਸ਼ ਕਰਨਗੇ। ਅੱਛਾ ਜੀ। ਕਿਸ ਵੇਲੇ ਚਾਹੁੰਦਾ ਆਪਣਾ ਬਿਜ਼ਨਸ ਕੁਛ ਕਰਨ ਨੂੰ, ਇਹ ਕਿੱਦਾਂ ਠੀਕ ਰਹੇਗਾ? अठाई साल ਦੀ ਉਮਰ ਤੋਂ ਬਾਅਦ, ਪਹਿਲਾਂ ਨਹੀਂ। ਅੱਛਾ। ਕਿਸ ਤਰ੍ਹਾਂ ਦਾ ਬਿਜ਼ਨਸ ਕਰਨਾ ਚਾਹੁੰਦੇ ਹੈ? ਉਹ ਕਾਰਾਂ ਦਾ ਕੁਝ ਜ਼ਿਆਦਾ ਸ਼ੌਂਕ ਰੱਖਦਾ, ਕਾਰਾਂ ਕੁਰਾਂ ਦਾ। ਨਹੀਂ, ਕੀ ਕਾਰਾਂ ਬਣਾ ਕੇ ਵੇਚਣੀ ਹੈ, ਕੀ ਕਰਨਾ ਚਾਹੁੰਦੇ ਹੈ? ਮੈਂ ਜਿੱਦਾਂ ਫਰਾਰੀ ਜਿਹੜੀਆਂ ਬੜੀਆਂ ਕੀਮਤੀ ਪ੍ਰੋਡਕਟਸ ਲੈ ਕੇ ਇਹ ਸਾਫ਼ ਕਰਦਾ, ਪਾਲਿਸ਼, ਏਦਾਂ ਦੀ ਚੀਜ਼ਾਂ ਕੁਝ ਖੋਲ੍ਹਣਾ ਚਾਹੁੰਦਾ। ਉਹ ਕਰ ਸਕਦਾ ਬਿਜ਼ਨਸ ਇੱਦਾਂ ਦਾ? ਅੱਛਾ। ਉਹ ਬਿਜ਼ਨਸ ਕਰ ਸਕਦੇ ਹੈ। ਜੇ ਕਾਰਾਂ ਦਾ ਬਿਜ਼ਨਸ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਆ। ਅੱਛਾ। ਉਹਦੇ 'ਚ ਕੋਈ ਦੋ ਰਾਏ ਨਹੀਂ ਹੈ। ਹਾਂਜੀ। ਤੁਸੀਂ ਹੋਲਡ ਕਰਨਾ ਜੀ, ਮੈਂ ਤੁਹਾਨੂੰ ਲਾਈਵ ਸ਼ੋਅ 'ਚ ਲੈ ਕੇ ਆ ਰਹੇ ਹਾਂ। ਅੱਛਾ। ਹਾਂਜੀ। वेलकम बैक, बहुत बहुत स्वागत है आपका। मैं बात कर रहा था अपने कॉलर से, उनसे उन्हीं की तरफ चलते हैं, उनसे बात करते हैं। हाँ जी भैन जी, गल करो। हाँ जी। संदीप दी, हाँ जी, संदीप ਦਾ ਜਿਹੜਾ ਟਾਈਮ ਚੱਲ ਰਿਹਾ ਨਾ ਇਸ ਟਾਈਮ ਇਹਨਾਂ ਦੀ ਚੱਲ ਰਹੀ ਹੈ ਰਾਹੂ ਦੀ ਮਹਾਦਸ਼ਾ। ਔਰ ਇਹ ਰਾਹੂ ਦੀ ਮਹਾਦਸ਼ਾ ਜਿਹੜੀ ਹੈ ਇਹ 2024 ਤੱਕ ਹੈ। ਅੱਛਾ। ਸੰਦੀਪ ਦੀ ਤਰੱਕੀ ਹੋਏਗੀ 28 ਸਾਲ ਦੀ ਉਮਰ ਤੋਂ ਬਾਅਦ। 28ਵੇਂ ਜਨਮ ਦਿਨ ਤੋਂ ਬਾਅਦ 3 ਸਾਲ ਦੇ ਵਿੱਚ ਇਹਨਾਂ ਦੀ ਤਰੱਕੀ ਹੈ, ਕਾਫੀ ਜ਼ਿਆਦਾ ਉੱਚੇ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ। ਅੱਛਾ। ਜਿਹੜਾ ਇਹ ਕੰਮ ਕਰ ਰਿਹਾ ਹੈ ਇਹ ਵੀ ਰਾਹੂ ਦਾ ਹੀ ਕੰਮ ਹੈ। ਅੱਛਾ। ਹਾਂਜੀ। ਹੁਣ ਇੱਕ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹ ਕਾਰਾਂ ਦਾ ਕੰਮ ਖੋਲ੍ਹਣਾ ਚਾਹੁੰਦੇ ਹੈ ਜਾਂ ਕਾਰਾਂ ਨੂੰ ਸਾਫ਼ ਕਰਕੇ ਜਾਂ ਵੈਲਟਿੰਗ ਦਾ ਕੰਮ ਕਰਨਾ ਚਾਹੁੰਦੇ ਹੋ, ਉਹ ਕੰਮ ਕਰ ਸਕਦੇ ਹੈ। ਅੱਛਾ। ਹਾਂਜੀ। ਲੇਕਿਨ ਮੈਂ ਇਹਨਾਂ ਨੂੰ ਇੱਕ ਸਲਾਹ ਦੇਣੀ ਚਾਹੂੰਗਾ, ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨਾਲ ਮੂੰਹ ਜ਼ੁਬਾਨੀ ਕੋਈ ਫਾਈਨੈਂਸ਼ੀਅਲ ਕੰਟਰੈਕਟ ਨਹੀਂ ਕਰਨਾ। ਅੱਛਾ। ਜਿੱਦਾਂ ਆਪਾਂ ਕਈ ਵਾਰੀ ਕਿਸੇ ਨਾਲ ਜ਼ੁਬਾਨ ਕਰ ਲੈਂਦੇ ਆ ਪੈਸੇ ਦੇ ਬਾਬਤ, ਉੱਦਾਂ ਲਾਈਫ 'ਚ ਕਦੀ ਨਹੀਂ ਕਰਨਾ, ਕਿਉਂਕਿ ਇਹਨਾਂ ਨਾਲ ਜ਼ਿੰਦਗੀ ਦੇ ਵਿੱਚ ਕਦੀ ਧੋਖਾ ਹੋਏਗਾ ਪੈਸੇ ਦੇ ਬਾਬਤ ਕਾਫੀ ਵੱਡਾ, ਕੋਈ ਪੈਸੇ ਇਹਨਾਂ ਦੇ ਮਾਰ ਲਏਗਾ। ਅੱਛਾ। ਲੇਕਿਨ ਕਦੀ ਵੀ ਕਿਸੇ ਨਾਲ ਮੂੰਹ ਜ਼ੁਬਾਨੀ ਪੈਸੇ ਦੇ ਲੈਣ ਦੇਣ ਦਾ ਕੋਈ ਸਾਰਾ ਕੁਝ ਪੇਪਰ ਤੇ ਕਰਨਾ ਹੈ, ਮੂੰਹ ਜ਼ੁਬਾਨੀ ਨਹੀਂ ਕਰਨਾ। ਅੱਛਾ। ਹਾਂਜੀ। ਤੇ ਜੇ ਮੂੰਹ ਜ਼ੁਬਾਨੀ ਕੀਤਾ ਜਾਏਗਾ ਉਹ ਪੈਸਾ ਇਹਨਾਂ ਦਾ ਮਰ ਜਾਏਗਾ। ਅੱਛਾ। ਆ ਜਿਹੜਾ ਟਾਈਮ ਹੈ ਇਹ ਕਾਫੀ ਪ੍ਰੋਡਕਟਿਵ ਹੈ, ਲੇਕਿਨ ਇਹਨੂੰ ਬਹੁਤ ਧਿਆਨ ਨਾਲ ਚੱਲਣ। ਮੈਂ ਇਹਨਾਂ ਦੇ ਕੁਝ ਉਪਾਅ ਦੇਣਾ ਚਾਹੁੰਦਾ, ਜੇ ਤੁਸੀਂ ਕਰਵਾ ਦਿਓ ਇਹਨਾਂ ਦੇ। ਅੱਛਾ। ਇੱਕ ਤਾਂ ਆਪਣੇ ਘਰ ਦੇ ਵਿੱਚ ਘੋੜੀ ਦਾ ਦੁੱਧ ਰੱਖੋ। ਘੋੜੀ ਦਾ ਫੀਮੇਲ ਹਾਰਸ ਮਿਲਕ ਸ਼ੀਸ਼ੇ ਦੇ ਮਰਤਬਾਨ ਦੇ ਵਿੱਚ ਪਾ ਕੇ ਉਹਨੂੰ ਸੀਲ ਕਰਕੇ ਰੱਖੋ। ਗੋਟਸ ਮਿਲਕ। ਫੀਮੇਲ ਹਾਰਸ ਮਿਲਕ, ਘੋੜੀ ਦਾ ਦੁੱਧ। ਅੱਛਾ। ਹਾਂ, ਫੀਮੇਲ ਹਾਰਸ ਮਿਲਕ ਸ਼ੀਸ਼ੇ ਦੇ ਮਰਤਬਾਨ ਦੇ ਵਿੱਚ ਪਾ ਕੇ ਘਰ ਰੱਖੋ। ਉਹਦੇ ਨਾਲ ਇਹ ਫਾਇਦਾ ਹੋਏਗਾ ਕਿ ਇਹਨਾਂ ਨਾਲ ਕਦੇ ਕੋਈ ਫਾਈਨੈਂਸ਼ੀਅਲ ਡਿਸੈਪਸ਼ਨ ਨਹੀਂ ਹੋਏਗੀ। ਅੱਛਾ। ਨਹੀਂ ਤਾਂ ਲੋਕਾਂ ਨੇ ਇਹਨਾਂ ਦੇ ਪੈਸੇ ਮਾਰੀ ਜਾਣੇ ਆ, ਇਹ ਭਾਈ ਬੰਦੇ ਨੇ ਸਾਮੀ ਬਣਿਆ ਰਹਿਣਾ, ਸਾਰਿਆਂ ਨੇ ਪੈਸੇ ਪੂਸੇ ਲਪੇਟ ਜਾਣੇ। ਇੱਕ ਟਾਈਮ ਐਸਾ ਆਊਗਾ ਕਿ ਕਾਫੀ ਵੱਡੀ ਠੱਗੀ ਕਿਸੇ ਨੇ ਇਹਨਾਂ ਨਾਲ ਕਰ ਲੈਣੀ ਹੈ। ਅੱਛਾ। ਉਸ ਤੋਂ ਬਚਣਾ ਹੈ। ਦੂਸਰੀ ਗੱਲ ਹੈ, ਇਹਨਾਂ ਨੂੰ ਮੈਂ ਇਹ ਕਹਿਣਾ ਚਾਹੂੰਗਾ, ਆਪਣੇ ਘਰ ਦੇ ਵਿੱਚ 6 ਸੋਲਿਡ ਸਿਲਵਰ ਬਾਲਸ ਰੱਖੋ, ਚਾਂਦੀ ਦੀਆਂ ਠੋਸ ਗੋਲੀਆਂ ਜਿੱਦਾਂ ਬੰਟੇ ਦੀ ਸ਼ੇਪ ਦੀ ਹੋਵੇ, ਉਹ ਆਪਣੇ ਘਰ ਰੱਖਣ। ਮਾਰਬਲਸ 6 ਜਿੱਦਾਂ ਮਾਰਬਲਸ ਹੁੰਦੇ ਹੈ, ਚਾਂਦੀ ਦੀਆਂ, ਹਾਂ, ਸੋਲਿਡ ਸਿਲਵਰ ਬਾਲਸ ਰੱਖੋ। ਔਰ ਜਦੋਂ ਕਿਸੇ ਜ਼ਰੂਰੀ ਕੰਮ ਤੇ ਜਾਓ, ਘੱਟ ਤੋਂ ਘੱਟ ਜੋ 2 ਚਾਂਦੀ ਦੀਆਂ ਠੋਸ ਗੋਲੀਆਂ ਪਾਕਟ 'ਚ ਪਾ ਕੇ ਲੈ ਕੇ ਜਾਣ ਨਾਲ ਆਪਣੇ। ਉਹ ਪਾਣੀ ਬਹੁਤ ਜ਼ਰੂਰੀ ਹੈ। ਔਰ ਇੱਕ ਇਹਨਾਂ ਨੂੰ ਮੈਂ ਕਹੂੰਗਾ, ਚਾਂਦੀ ਦੇ ਬਾਕਸ ਦੇ ਵਿੱਚ ਦਰਿਆ ਦਾ ਪਾਣੀ ਪਾ ਕੇ ਜਿੱਥੇ ਪੈਸੇ ਰੱਖਦੇ ਆ ਜਾਂ ਆਪਣਾ ਬੈਡਰੂਮ ਆ ਉੱਥੇ ਰੱਖਣ, ਤਾਂ ਕਿ ਕੋਈ ਪੈਸੇ ਦੀ ਬਰਕਤ ਰਵੇ ਇਹਨਾਂ ਲਈ। ਔਰ ਸੈਟਰਡੇ ਸੰਡੇ ਟਿਊਜ਼ਡੇ ਥਰਸਡੇ ਨੌਨ ਵੈਜ ਤੋਂ ਤੇ ਸ਼ਰਾਬ ਤੋਂ ਪਰਹੇਜ਼ ਕਰਨ। ਸੈਟਰਡੇ ਸੰਡੇ ਟਿਊਜ਼ਡੇ ਥਰਸਡੇ ਨੌਨ ਵੈਜ ਤੋਂ, ਸ਼ਰਾਬ ਤੋਂ, ਅਲਕੋਹਲ ਤੋਂ, ਕਿਸੇ ਵੀ ਤਰ੍ਹਾਂ ਦੀ ਅਲਕੋਹਲ ਤੋਂ ਪਰਹੇਜ਼ ਕਰਨ।
ਲੇਕਿਨ ਇਹ ਹੈਗਾ ਕਿ 28 ਸਾਲ ਦੀ ਉਮਰ ਤੋਂ ਬਾਅਦ ਇਹਨਾਂ ਕੋਲ 3 ਸਾਲ ਇਦਾਂ ਦੇ ਆ ਜਾਣੇ ਹੈ ਜਦੋਂ ਇਹਨਾਂ ਨੇ ਕਾਫੀ ਅੱਛੀ ਤਰ੍ਹਾਂ ਆਪਣੇ ਬਲਬੂਤੇ ਤੇ ਖੜੇ ਹੋ ਜਾਣਗੇ। ਅੱਛਾ ਜੀ। ਜਿੱਦ ਤੱਕ ਤੁਸੀਂ ਗੱਲ ਕਰਦੇ ਹੋ ਨਾ ਕਿ ਉਹਨਾਂ ਨੇ ਕੰਪਿਊਟਿੰਗ ਦਾ ਜਾਂ ਡਿਪਲੋਮਾ ਕੀਤਾ ਹੋਇਆ ਹੈ, ਮੈਨੂੰ ਲੱਗਦਾ ਨਹੀਂ ਹੈ ਕਿ ਉਹਦਾ ਇਹ ਕੋਈ ਯੂਜ਼ ਕਰਨਗੇ। ਹਾਂ, ਇਹ ਹੈ ਕਿ ਉਹਨਾਂ ਨੇ ਉਹ ਸਕਿੱਲ ਲਈ ਸੀ, ਨੌਲੇਜ ਲਈ ਸੀ, ਉਹਨਾਂ ਦੇ ਕੋਲ ਹੀ ਹੈ। ਉਹਦਾ ਉਹ ਸ਼ਾਇਦ ਇਹਨਾਂ ਦੇ ਪੈਸੇ ਬਣਾਉਣ ਜਾਂ ਪੈਸੇ ਕਮਾਉਣ 'ਚ ਸ਼ਾਇਦ ਉਹ ਸਹਾਇਕ ਨਾ ਹੋਵੇ, ਇਹ ਹੈ। ਲੇਕਿਨ ਇਹ ਹੈ ਕਿ ਸ਼ਾਦੀ ਇਹਨਾਂ ਨੂੰ ਕਰਨੀ ਚਾਹੀਦੀ ਹੈ 32 ਸਾਲ ਦੀ ਉਮਰ ਤੋਂ ਬਾਅਦ, ਪਹਿਲਾਂ ਨਹੀਂ। ਅੱਛਾ। ਜੇ ਆਪਾਂ ਇੱਕ ਤੋਂ ਜ਼ਿਆਦਾ ਵਿਆਹ ਕਰਨੇ ਆ, ਜਦੋਂ ਜੇ ਘਰ 'ਚ ਕਲੇਸ਼ ਕਲੂਸ਼ ਪਾਣਾ, ਭੰਬਲ ਭੂਸੇ ਪਾਣੇ ਆ, ਜਦੋਂ ਮਰਜ਼ੀ ਕਰ ਲਓ। ਫਿਰ ਵਿਆਹ ਦਾ ਜਿਹੜਾ ਯੋਗ ਹੈ ਇਹਨਾਂ ਦਾ ਹਜੇ ਵੀ ਖੁੱਲਿਆ ਹੋਇਆ ਹੈ। ਅੱਛਾ ਜੀ। 30 ਮਈ ਤੱਕ ਖੁੱਲਿਆ ਹੋਇਆ ਹੈ, 30 ਮਈ ਦਾ ਹੈ, ਜੇ 30 ਮਈ ਤੱਕ ਵੀ ਮੈਰਿਜ ਵਿੰਡੋ ਓਪਨ ਹੈ। ਲੇਕਿਨ ਸ਼ਾਦੀ ਦੇ ਵਿੱਚ ਇਹਨਾਂ ਨੂੰ ਸ਼ਾਦੀ ਕਰਨ ਤੋਂ ਪਹਿਲਾਂ, ਮੈਰਿਜ ਕਰਨ ਤੋਂ ਪਹਿਲਾਂ ਪੁੱਛ ਲੈਣਾ ਚਾਹੀਦਾ, ਕਿਉਂਕਿ ਇਹਨਾਂ ਨਾਲ ਮੈਰਿਜ ਦੀ ਜਿਹੜੀ ਗੱਲ ਹੈ ਉਹ ਮੈਰਿਜ ਘੱਟ ਹੋਏਗੀ, ਫਰਾਡ ਜ਼ਿਆਦਾ ਹੋਏਗਾ। ਅੱਛਾ। ਹਾਂ, ਉਸ ਤੋਂ ਉਹ ਜਿਹੜਾ ਪੁੱਛ ਕੇ ਵਿਆਹ ਬੜਾ ਧਿਆਨ ਨਾਲ ਸੋਚ ਸਮਝ ਕੇ ਫੈਸਲਾ ਕਰਨਾ ਹੈ। ਅੱਛਾ ਜੀ। ਹਾਂਜੀ, ਉਹ ਕਾਫੀ ਜਰਾ ਇਹਨਾਂ ਨੂੰ ਧਿਆਨ ਨਾਲ ਕਰਨਾ ਪੈਣਾ ਵਿਆਹ। ਲੇਕਿਨ ਮੈਂ ਇਹਨਾਂ ਨੂੰ ਇਹ ਕਹਿਣਾ, ਸਲਾਹ ਦੇਣੀ ਚਾਹੂੰਗਾ ਕਿ 32 ਦੀ ਏਜ ਤੋਂ ਬਾਅਦ ਵਿਆਹ ਕਰਨ, ਉਹ ਬੈਟਰ ਰਹੇਗਾ ਇਹਨਾਂ ਵਾਸਤੇ। ਅੱਛਾ ਜੀ। ਹਾਂਜੀ, ਔਰ ਇਹਦਾ ਵਿਆਹ ਕਿਸੇ ਗੋਲ ਅੱਖਾਂ ਵਾਲੀ, ਕਾਲੀ ਅੱਖਾਂ ਵਾਲੀ ਲੜਕੀ ਨਾਲ ਨਹੀਂ ਕਰਨਾ। ਜਿਸ ਲੜਕੀ ਦੀਆਂ ਅੱਖਾਂ ਗੋਲ ਹੋਣ ਔਰ ਬਲੈਕ ਹੋਣ, ਉਹ ਵਿਆਹ ਨਹੀਂ ਕਾਮਯਾਬ ਹੋਏਗਾ। ਉਹ ਵਿਆਹ ਨਹੀਂ, ਉਹ ਆਪਾਂ ਬਹੁਤ ਵੱਡੀ ਪ੍ਰੋਬਲਮ 'ਚ ਆ ਜਾਵਾਂਗੇ। ਬਸ ਸਾਡੀ ਸਾਰਿਆਂ ਦੀ ਅੱਖਾਂ ਇੰਡੀਅਨ ਦੀ ਕਾਲੀਆਂ ਹੋਈਆਂ। ਨਹੀਂ, ਉਹ ਹੈ ਕਿ ਕਈਆਂ ਦੀ ਲਾਈਟ ਬਰਾਊਨ ਹੈ, ਬਰਾਊਨ ਹੈ, ਇੱਦਾਂ ਦੀ ਵੀ ਹੁੰਦੀ ਹੈ ਨਾ ਅੱਖਾਂ। ਅੱਛਾ। ਹਾਂ, ਉਹ ਥੋੜਾ ਖਿਆਲ ਰੱਖਣਾ। ਲੇਕਿਨ 32 ਦੀ ਏਜ ਤੋਂ ਬਾਅਦ ਜੇ ਮੈਰਿਜ ਕਰਨ ਤੇ ਉਹ ਜ਼ਿਆਦਾ ਬੈਟਰ ਹੋਏਗੀ। ਲੇਕਿਨ 28 ਤੋਂ ਲੈ ਕੇ 31 ਦੀ ਏਜ ਦੇ ਵਿੱਚ ਕਰੀਅਰ ਨੇ ਡਿਵੈਲਪ ਹੋਣਾ, ਇਹਦੇ 'ਚ ਤਰੱਕੀ ਹੋਏਗੀ। ਜੇ 28 ਤੇ 30 ਉਹ ਤੱਕ ਨਹੀਂ ਮੈਚ ਕਰ ਸਕਦੇ। ਜੇ ਆਪਾਂ ਆਪਣੇ 'ਚ ਤਾਕਤ ਹੈਗੀ ਆ ਵੀ ਆਪਾਂ ਲੜਾਈ ਝਗੜੇ ਨਹੀਂ ਹੋਣ ਦੇਵਾਂਗੇ, ਆਪਾਂ ਸੰਭਾਲ ਲਾਂਗੇ, ਆਪਾਂ ਕਲੇਸ਼ ਨਹੀਂ ਪਾਵਾਂਗੇ। ਨਹੀਂ, ਉਹ ਕਹਿੰਦਾ ਹੈ ਫਿਰ ਦੇਖ ਲਓ ਕੋਈ ਲੜਕੀ। ਠੀਕ ਹੈ, ਫਿਰ ਉਹਨਾਂ ਆਇਆ ਕਿ ਉਹ ਦੇਖ ਲਓ ਲੜਕੀ, ਤਾਂ ਸਿੰਪਲ ਸਵਾਲ ਹੈ ਨਾ। ਆਪਾਂ ਨਿਭਾਣੀ ਹੈ, ਆਪਾਂ ਮਿਲ ਕੇ ਰਹਿਣਾ ਹੈ, ਆਪਾਂ ਦੂਜੇ ਦੀ ਵੀ ਗੱਲ ਸੁਣਨੀ ਹੈ। ਉਹ ਫਿਰ ਆਪਣਾ ਉਹਦੇ ਸਾਰਾ ਕੁਝ ਆਪਣਾ ਫਿਰ ਆ ਜਾਂਦਾ। ਉਹ ਜੇ ਆਪਾਂ ਸੰਭਾਲ ਸਕਦੇ ਹਾਂ ਉਸ ਗੱਲ ਨੂੰ, ਠੀਕ ਹੈ, ਫਿਰ ਆ ਜਾਓ, ਕੋਈ ਗੱਲ ਨਹੀਂ। ਅੱਛਾ। ਹਾਂ, ਲੇਕਿਨ 28 ਤੋਂ ਲੈ ਕੇ ਜਿਹੜਾ ਟਾਈਮ ਹੈ 32 ਤੱਕ ਮੈਰਿਜ ਨੇ ਫਲਕਚੁਏਸ਼ਨ ਹੋਣੀ ਹੈ। ਉਹਦੇ 'ਚ ਆਪਾਂ ਨੂੰ ਬਹੁਤ ਜ਼ਿਆਦਾ ਫਿਰ ਧਿਆਨ ਨਾਲ ਰਹਿਣਾ ਪੈਣਾ, ਡਿਸਿਪਲਿਨ 'ਚ ਰਹਿਣਾ ਪੈਣਾ। ਅੱਛਾ ਜੀ। Thank you very much. ओके जी, थैंक यू जी। हेलो हेलो जी, सलाम अलैकुम। हाँ जी, वालेकुम अस्सलाम जी। भाई साहब, मैंने अपने भतीजे के बारे में पूछना। हाँ जी, भतीजे का नाम की है जी? तसद्दक। की नाम है जी? तसद्दक, टी से शुरू होता है। डेट ऑफ बर्थ की है जी? 28 मार्च हाँ जी, 1990 28 मार्च है, 1990 है जी। टाइम भाई साहब कोई 10 से 12 के दरमियान है रात का। ओके जी। ये ਜਿਹੜੇ ਭਤੀਜੇ ਸਾਹਿਬ ਹੈ ਪੈਦਾ ਕਿੱਥੇ ਹੋਏ ਹੈ? पाकिस्तान आजाद कश्मीर में मीरपुर। मीरपुर ਇਹ ਜਿਹੜਾ ਆਜ਼ਾਦ ਕਸ਼ਮੀਰ ਚ ਹੈ? जी जी। ਤੁਹਾਨੂੰ ਆਪਣੇ ਭਤੀਜੇ ਦੀ ਦੁਬਾਰਾ ਡਿਟੇਲ ਦੇਣੀ ਪਊਗੀ ਜੀ। जी 28 मार्च 28 मार्च 1990 तो 10 से 12 के दरमियान है रात का बस। ओके जी, नो प्रॉब्लम।
ਔਰ ਮੀਰਪੁਰ ਪੈਦਾ ਹੋਏ ਜਿਹੜਾ ਕਸ਼ਮੀਰ 'ਚ ਹੈ, जी जी आजाद कश्मीर। ਆਜ਼ਾਦ ਕਸ਼ਮੀਰ 'ਚ ਹੈ। ਹਾਂਜੀ, ਗੱਲ ਕਰੋ, ਇਹਨਾਂ ਬਾਰੇ ਪੁੱਛਣਾ ਕੀ ਚਾਹੁੰਦੇ ਤੁਸੀਂ? शादी के बारे में पूछना है, पहला सवाल तो ये है। ਹਾਂਜੀ, ਸ਼ਾਦੀ ਬਾਰੇ ਕੀ ਸਵਾਲ ਹੈ ਜੀ ਤੁਹਾਡਾ? शादी कब होगी और कैसी होगी लड़की, और कहाँ से होगी? ਸ਼ਾਦੀ ਵਾਸਤੇ ਜਿਹੜਾ ਆਉਣ ਵਾਲਾ 1.5 ਸਾਲ ਹੈ ਉਹਦੇ 'ਚ ਇਹਦਾ ਵਿਆਹ ਹੋ ਜਾਏਗਾ। अच्छा ਆਉਣ ਵਾਲੇ 1.5 ਸਾਲ ਦੇ ਵਿੱਚ ਸ਼ਾਦੀ ਹੋ ਸਕਦੀ ਹੈ। ਵਿਆਹ ਦਾ ਟਾਈਮ ਤਾਂ ਹਜੇ ਵੀ ਖੁੱਲ੍ਹਾ ਹੋਇਆ ਇਹਦਾ। ਵਿਆਹ ਵਾਸਤੇ ਤਾਂ ਹੁਣ ਵੀ ਟਾਈਮ ਚੱਲ ਰਿਹਾ ਇਹਦਾ। कोई लड़की नहीं लगनी कोई? ਆਉਣ ਵਾਲੇ 1.5 ਸਾਲ 'ਚ ਇਹਦਾ ਵਿਆਹ ਹੋ ਸਕਦਾ ਹੈ। अच्छा तो आप भाई साहब बता सकते हैं कि जन्म स्थान से होगी या जन्म स्थान से बाहर से लड़की होगी? ਜਿਹੜੇ ਇਹਦਾ ਵਿਆਹ ਹੋਏਗਾ ਲੱਗਦਾ ਫੈਮਿਲੀ ਰਿਲੇਟਡ ਹੀ ਹੋਏਗਾ ਜੀ। अच्छा ਹਾਂ, जने या उस आजाद कश्मीर से ही होगा, वहाँ से ही होती? ਹੋ ਸਕਦਾ ਇਹਦੇ ਫਾਦਰ ਦੇ ਖਾਨਦਾਨ ਨਾਲ ਰਿਲੇਟਡ ਹੋਵੇ। अच्छा ਹਾਂ, ठीक है। तो भाई साहब इसके कोई बाहर जाने का कोई नहीं, कोई बाहर या तो ये कब तक चले जाएगा बाहर? ਬਾਹਰ ਕਿੱਥੇ? ਮੀਰਪੁਰ ਤੋਂ ਬਾਹਰ? नहीं नहीं कितने केस देने हैं तो हर जगह रिजल्ट हो जाना है। ਨਹੀਂ, ਇਹ ਲੜਕਾ ਇਸ ਟਾਈਮ ਹੈ ਕਿੱਥੇ ਹੈ? आजाद कश्मीर में ही है ना, वहाँ ਹਾਂਜੀ, पाकिस्तान में। ਹਾਂ, ਮੀਰਪੁਰ ਤੋਂ ਬਾਹਰ ਇੱਕ ਬਾਹਰ ਮਤਲਬ ਇੰਗਲੈਂਡ ਜਾਣਾ ਚਾਹੁੰਦਾ ਹੈ। जी इंग्लैंड हो गया या कितने भी कोई तो हो गया, फिर हो गया। ਓਕੇ 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 ਓਕੇ। ਇੱਦਾਂ ਹੈਗਾ ਜੀ, ਜਿਹੜਾ ਹੁਣ ਟਾਈਮ ਚੱਲ ਰਿਹਾ ਹੈ ਹੁਣ ਤੋਂ ਲੈ ਕੇ 14 ਅਕਤੂਬਰ ਅਗਲੇ ਸਾਲ ਤੱਕ, 2014 ਅਕਤੂਬਰ ਤੱਕ ਇਹ ਫੌਰਨ ਆ ਸਕਦਾ ਹੈ। अच्छा ਹੁਣ ਤੋਂ ਲੈ ਕੇ ਜਿਹੜੇ 2014 ਅਕਤੂਬਰ, ਸਮਝੇ ਕਿ ਨਹੀਂ? ਮਤਲਬ ਆਪਾਂ ਹੁਣ ਮੋٹے ਤੌਰ ਤੇ ਕਹਿ ਦਈਏ ਕਿ ਇਹਦੇ ਕੋਲ ਹਜੇ ਵੀ ਆਪਣੇ ਇਹਦੇ ਕੋਲ ਮੁੰਡੇ ਕੋਲ 22-23 ਮਹੀਨੇ ਹੈਗੇ ਆ ਫੌਰਨ ਆਉਣ ਵਾਸਤੇ। ठीक है। ਤੇ ਤੁਸੀਂ ਕੇਸ आपको ਵਗੈਰਾ लगता है हो जाएगा काम इसका? 22-23 ਮਹੀਨੇ ਹੈਗਾ ਜੀ ਇਹਦੀ, ਜਿਹੜੇ ਇਹਦੇ ਵਿੱਚ ਇਹਦਾ ਤੁਸੀਂ ਕਹਿੰਦੇ ਹੋ ਗ੍ਰਾਮ ਬਦਲਣਾ ਹੈ, ਟਾਊਨ ਬਦਲਣਾ ਹੈ, ਸਿਟੀ ਬਦਲਣਾ ਹੈ, ਸਟੇਟ ਬਦਲੂਗੀ, ਬਦਲ ਜਾਣਾ ਹੈ। नहीं गांव तो है नहीं बदला, मुल्क बदला। ਹਾਂ, ਮਤਲਬ ਉਹ ਗੱਲ ਮੈਂ ਕਰ ਰਿਹਾ ਕਿ ਉਹ ਜਗ੍ਹਾ ਪੂਰੀ ਬਦਲ ਜਾਏਗੀ ਜੀ ਇਹਦੀ। चलो अच्छा भाई साहब इनकी राशि कौन सी है? तो ਜਿਹੜੀ ਰਾਸ਼ੀ ਮੈਂ ਦੱਸਦਾ ਹਾਂ ਉਹ ਇਹਨਾਂ ਦੀ ਬਣਦੀ ਹੈ ਏਰੀਜ਼, ਜਿਹਨੂੰ ਆਪਾਂ ਕਹਿੰਦੇ ਆ ਮੇਸ਼ ਰਾਸ਼ੀ। अच्छा ਹਾਂਜੀ भाई साहब मैं दूसरे बेटे के बारे में पूछ सकती हूँ? ਹਾਂਜੀ, ਬੇਟੇ ਦਾ ਨਾਮ ਕੀ ਹੈ? जी अल्ताफ। ਕੀ ਨਾਮ ਹੈ ਜੀ? अल्ताफ ਅਲਤਾਫ। जी। ਔਰ ਅਲਤਾਫ ਸਾਹਿਬ ਦੀ ਡੇਟ ਆਫ ਬਰਥ? अल्ताफ की डेट बर्थ 25 अगस्त 25 ਅਗਸਤ। ਹਾਂਜੀ, 2007। 2007 ਚ ਪੈਦਾ ਹੋਇਆ ਬੇਟਾ ਹੈ। जी नटिंगम। और टाइम ऑफ बर्थ की है जी? 6:45 का टाइम है शाम का। और पैदाइश किस जगह हुई इन्हां दी हुई है? नटिंगम इंग्लैंड। नॉटिंगम च पैदा होया है। अच्छा अच्छा अच्छा। मैं ना ब्रेक वाल जाना है ਤੇ ਤੁਸੀਂ ਬ੍ਰੇਕ ਤੇ ਬਨੇ ਰਹੋ ਕਿ ਮੈਂ ਤੁਹਾਡੇ ਨਾਲ ਬ੍ਰੇਕ ਦੇ ਵਿੱਚ ਵੀ ਗੱਲ ਕਰਦਾ ਰਵਾਂਗਾ। जी होल्ड करो जी, ਤੁਹਾਡੇ ਨਾਲ ब्रेक 'ਚ ਗੱਲ ਕਰਾਂਗਾ मैं। जा रहे हैं ब्रेक की तरफ। विद इन 3 मिनट्स 4 मिनट्स आई विल बी बैक। मिलूंगा आपसे, बात करूंगा आपसे। थैंक यू। ਆਪਾਂ ਨੂੰ ਡਿਟੇਲ ਇਹਨਾਂ ਦੀ ਸ਼ਾਇਦ ਦੁਬਾਰਾ ਫਿਰ ਦੇਣੀ ਪੈਣੀ ਹੈ ਤੁਹਾਨੂੰ। ਅਲਤਾਫ जी 26 अगस्त
2007 7:45 शाम के। 6:45 शाम के नॉटिंघम। और प्लेस ऑफ बर्थ नॉटिंघम। यस। हाँ जी बोलो। ये भाई साहब इसकी पढ़ाई में पूछना, पढ़ाई के बारे में, और माँ बाप के साथ कैसा रहेगा ये पूछना। पढ़ाई तो दी, हाँ जी पढ़ाई बारे तुसी पुछना की चाहते हो? ये भाई पढ़ेगा कि नहीं पढ़ेगा? पढ़ाई बहुत मुश्किल ना होनी है दी। अच्छा। पढ़ाई यदि बहुत मुश्किल ना होएगी अच्छा भाई साहब। और पढ़ाई च इहनूं बहुत ज़्यादा ध्यान लगाना पैना ता पढ़ाई होनी इन्हां दी। ये है भी ढिला जी है ना, इसलिए मैं है पूछ ये रहा हूँ। पढ़ाई यदि लगदा पूरी नहीं होएगी। अच्छा। ये पढ़ाई दी बजाय इहनूं तुसी काम च पाओ ज़्यादा बेहतर है। नहीं अभी तो बच्चा ना, अभी तो स्कूल जा नहीं रहा वो है ना। मतलब इहनूं तुसी स्कूल तो बाद सीधा काम च पाओ, बेटर रहोगे। चलो ऐसे ही करेंगे। तो भाई साहब ये बताएं, अब माँ बाप के साथ कैसा रहेगा? माँ ना ठीक रहेगा जी। अच्छा। हाँ माँ दी गाना पूरा मन्नेगा। ਤੁਹਾਨੂੰ ਡੇਟ ਆਫ ਬਰਥ ਦੀ ਮੈਨੂੰ ਦੁਬਾਰਾ ਫਿਰ ਦੇਣੀ ਪੈਣੀ ਹੈ, ਸੌਰੀ ਆਈ ਡੂ ਅਪੋਲੋਜਾਈਜ਼। 25 ਅਗਸਤ या 2007 7:45 शाम के नॉटिंघम में। हाँ जी गल करो। माँ ਦਾ ਕਹਿਣਾ ਮੰਨੇਗਾ ਕਾਫੀ, ਮਾँ ਨਾਲ ਕਾਫੀ ਠੀਕ ਰਹੇਗਾ। चलो। ਲੇਕਿਨ ਇਹਨੂੰ ਤੁਹਾਨੂੰ ਪੜ੍ਹਾਈ ਵੱਲ ਜੇ ਤੁਸੀਂ ਪਾਓ ਤਾਂ ਇਹਨੂੰ ਬਹੁਤ ਜ਼ਿਆਦਾ ਠੀਕ ਰਹੇਗਾ। ਜੇ ਕਿਤੇ ਬੱਚਾ ਪੜ੍ਹ ਜਾਏ ਬਹੁਤ ਜ਼ਿਆਦਾ ਨਾਮ ਰੋਸ਼ਨ ਕਰਦਾ ਹੈ, लेकिन डिसिप्लिन होएगी। पढ़ाई लिखी होगी तो पढ़ेगा ना, अगर लिखी नहीं तो कैसे पढ़ेगा भाई? ਹੁਣ ਇਦਾਂ ਹੈਗਾ ਤੁਹਾਨੂੰ ਥੋੜੀ ਬਹੁਤੀ ਮਿਹਨਤ ਆਪ ਕਰਨੀ ਪੈਣੀ ਹੈ, ਪੜ੍ਹ ਸਕਦਾ ਹੈ। मेहनत तो मैं बड़ी करती हूँ, मेरा एक ही बेटा है। हाँ ਇਹਨੇ ਤੇ ਤੁਹਾਨੂੰ ਥੋੜੀ ਜੀ ਨਿਗਾਹ ਰੱਖਣੀ ਪੈਣੀ ਹੈ। ਜੇ ਲੜਕਾ ਪੜ੍ਹ ਜਾਏ ਬਹੁਤ ਨਾਮ ਰੋਸ਼ਨ ਕਰੇਗਾ ਤੁਹਾਡਾ। ਖਾਸ ਤੌਰ ਤੇ ਉਹ ਪੜ੍ਹਾਈ ਜਿਹੜੀ 16 ਸਾਲ ਦੀ ਉਮਰ ਤੋਂ ਲੈ ਕੇ 24 ਸਾਲ ਦੀ ਉਮਰ 'ਚ ਜੇ ਕਿਤੇ ਪੜ੍ਹ ਜਾਏ ਔਰ ਇਹ 'ਤੇ ਬੜੀ ਮਿਹਨਤ ਕੀਤੀ ਜਾਵੇ ਫਿਰ ਬਹੁਤ ਅੱਛੀ, ਬਹੁਤ ਹੀ ਖਾਲਸ सोने वर्गी जिंदगी होएगी। भाई साहब इसका लगन कौन है, तो राशि कौन सी है? लगन ਇਹਦਾ मकर है, राशि ਇਹਦੀ मकर है। अच्छा लगन भी मकर है और राशि भी। हाँ राशि भी मकर है। अच्छा। लेकिन इस बच्चे दे पेट का ख्याल रखना है हमेशा। भाई साहब पेट की तो उसकी तकलीफ काफी रहनी है। पेट होल्ड करो जी, मैं तुमको लाइव शो लेके आ रहे हैं। वेलकम बैक, बहुत बहुत स्वागत है। मैं प्रकाश एस्ट्रोलॉजर पेश कर रहा हूं आपका पहला प्रोग्राम ज्योतिष शास्त्र। चलते हैं अपने कॉलर से, उनसे बात करेंगे। हाँ जी गल करो जी। हेलो जी। हाँ जी ਇਹਨਾਂ ਦੀ पेट ਦਾ ਖਿਆਲ ਰੱਖਣਾ। पेट ਦੇ ਹਾਲਾਤ ਕੋਈ ਇੰਨੇ ਵਧੀਆ ਨਹੀਂ ਹੈਗੇ। ਇੱਕ ਉਪਾਅ ਦੇਣਾ ਚਾਹਨਾ ਹੈ, ਤੁਸੀਂ ਕਰ ਸਕਦੇ ਹੋ ਤਾਂ ਕਰਵਾਓ जी। ਕੱਲ ਇਹ ਹੈ ਕਿ ਜੀ ਤੁਹਾਨੂੰ ਟਿਊਜ਼ਡੇ ਔਰ ਸੈਟਰਡੇ, ਮੰਗਲਵਾਰ ਔਰ ਸ਼ਨੀਵਾਰ 2 ਦਿਨ ਲਗਾਤਾਰ ਤੁਹਾਨੂੰ ਘੱਟ ਤੋਂ ਘੱਟ 5 ਜਾਂ 11 ਇਹਨਾਂ 'ਚ ਕੋਈ ਚੂਜ਼ ਕਰੋ, ਮਿੱਠੀਆਂ ਰੋਟੀਆਂ ਬਣਾਓ ਗੁੜ ਵਾਲੀਆਂ ਜਾਂ ਸ਼ੱਕਰ ਪਾ ਕੇ ਬਣਾਓ ਔਰ ਉਹਦੇ ਨਿੱਕੇ ਨਿੱਕੇ ਟੁਕੜੇ ਕਰਕੇ ਕਬੂਤਰਾਂ ਨੂੰ ਪਾ ਦਿਓ ਜਾਂ ਪੰਛੀਆਂ ਨੂੰ ਪਾਓ। ठीक। ਉਹ ਇਹ ਉਪਾਅ ਤੁਹਾਡਾ ਚੱਲਦਾ ਰਹਿਣਾ ਚਾਹੀਦਾ ਹੈ। ਔਰ ਇੱਕ ਉਪਾਅ ਮੈਂ ਇਹਨਾਂ ਨੂੰ ਹੋਰ ਵੀ ਦੇਣਾ ਚਾਹੁੰਦਾ ਹੈ, ਤੁਹਾਨੂੰ ਇਹ ਚਾਹੀਦਾ ਹੈਗਾ ਇਹ ਜਦੋਂ ਵੀ ਮੌਕਾ ਮਿਲੇ ਨਿਆਜ਼ ਦੇ ਵਿੱਚ ਘੱਟ ਤੋਂ ਘੱਟ 2 ਤਰ੍ਹਾਂ ਦੇ ਜਾਂ 8 ਤਰ੍ਹਾਂ ਦੇ 2 ਤਰ੍ਹਾਂ ਦੇ ਜਾਂ 8 ਤਰ੍ਹਾਂ ਦੇ ਡਰਾਈ ਫਰੂਟ ਜਿੱਦਾਂ ਮਗਜ਼ ਵਗੈਰਾ ਮਿਕਸ ਕਰਕੇ ਮਸਜਿਦ 'ਚ ਲੋਕਾਂ ਨੂੰ ਖਿਲਾ ਦੇਣ। ठीक। ਔਰ ਇਹ ਹੈ ਕਿ ਇਹਨਾਂ ਨੂੰ ਸਾਲ ਦੇ ਵਿੱਚ ਘੱਟ ਤੋਂ ਘੱਟ 4 ਵਾਰੀ ਰੰਗ ਬਰੰਗੇ ਕੰਬਲ, ਕੇਲੇ, ਪੈਸੇ ਐਸੇ ਲੋਕਾਂ ਨੂੰ ਤਕਸੀਮ ਕਰਾਉਣ ਜਿਹੜੇ ਦੀਨ ਦੀ ਬਹੁਤ ਇਬਾਦਤ ਕਰਦੇ ਹੋਣ। ठीक है। ਉਹਦੇ ਨਾਲ ਇਹਨੂੰ ਹੈਲਪ ਮਿਲ ਜਾਏਗੀ। ਲੇਕਿਨ ਇਹਦਾ ਪੇਟ, ਟੰਮੀ, ਲੋਅਰ ਐਬਡੋਮਨ ਠੀਕ ਨਹੀਂ ਹੈ। ਐਸੇ ਬੱਚੇ ਨੂੰ ਬਾਸੀ ਖਾਣਾ ਬਿਲਕੁਲ ਨਾ ਖਿਲਾਓ, ਫਰੋਜ਼ਨ ਫੂਡ ਬਿਲਕੁਲ ਨਾ ਦਿਓ।
भाई साहब इस बच्चे की कुंडली से कोई माँ का पता चल सकता है कुछ? हाँ जी, माँ के बारे की पूछना तुसी? भाई साहब उसको सुकून नहीं, कोई शांति नहीं घर में। ਜਿਹੜੀ ਸ਼ਾਂਤੀ ਦੀ ਗੱਲ ਕਰਦੇ ਹੋ, ਸਕੂਨ ਦੀ ਗੱਲ ਕਰਦੇ ਹੋ, ਉਹ ਤੁਹਾਡੇ ਫੈਮਿਲੀ ਲਾਈਫ 'ਚ ਹੈ ਜਾਂ ਉੱਦਾਂ ਕਹਿ ਰਹੇ ਹੋ ਤੁਸੀਂ? ये पूरी फैमिली चाहिए। ਜਿਹੜੇ ਮੈਂ ਤੁਹਾਨੂੰ ਉਪਾਅ ਦਿੱਤੇ ਆ ਨਾ, ਤੁਸੀਂ ਆਹ ਵਾਲਾ ਜਿਹੜਾ ਖਾਸ ਤੌਰ ਤੇ ਮਗਜ਼ ਵਾਲੇ ਹੈ ਜਾਂ ਆ ਦੂਸਰਾ ਉਪਾਅ ਹੈ, ਇਹ ਕਰਵਾ ਦਿਆ ਕਰੋ। ਜਾਂ ਮੈਂ ਕਿਹਾ ਵੀ 5 ਜਾਂ 11 ਮਿੱਠੀਆਂ ਰੋਟੀਆਂ ਕਬੂਤਰਾਂ ਨੂੰ ਪਾਓ, ਇਹ ਕਰਵਾ ਦਿਆ ਕਰੋ ਪਲੀਜ਼। ਹੁਣ ਇਹਦੇ ਕੁਝ ਉਪਾਅ ਬਣਦੇ ਆ ਜਿਹੜੇ ਮੈਂ ਦੇ ਸਕਦਾ ਹਾਂ, ਲੇਕਿਨ ਉਹ ਪ੍ਰਾਈਵੇਟ ਕੰਸਲਟੇਸ਼ਨ ਦੇਵਾਂਗਾ, ਇਸ ਲਾਈਵ ਸ਼ੋਅ 'ਤੇ ਨਹੀਂ ਦੇ ਸਕਦਾ ਕਿਉਂਕਿ ਉਹ ਸਾਨੂੰ ਮਨਾ ਆ, ਅਤੇ ਉਹਦੇ ਲਈ ਤੁਹਾਨੂੰ ਕੁਝ ਪ੍ਰਾਈਵੇਟ ਕੰਸਲਟੇਸ਼ਨ ਲੈਣੀ ਪਊਗੀ। ਲੇਕਿਨ ਇਹ ਜਿਹੜੇ ਮੈਂ ਤੁਹਾਨੂੰ ਉਪਾਅ ਦਿੱਤੇ ਆ ਕਰਵਾਓ, ਜਿਹੜੇ ਖਾਸ ਤੌਰ 'ਤੇ ਜਿਹੜਾ ਮਗਜ਼ ਤੁਸੀਂ ਨਿਆਜ਼ 'ਤੇ ਦੇਣੇ ਆ, ਬਦਾਮ ਹੋਵੇ, ਇੱਦਾਂ ਮਿਕਸ ਕਰਕੇ 2 ਤਰ੍ਹਾਂ ਦੇ ਜਾਂ 8 ਤਰ੍ਹਾਂ ਦੇ ਮਿਕਸ ਕਰਕੇ ਡਰਾਈ ਫਰੂਟਸ ਮਿਕਸ ਕਰਕੇ ਦਿਓ। ਉਹਦੇ ਨਾਲ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਉਹ ਬਹੁਤ ਜ਼ਰੂਰੀ ਹੈ। पाकिस्तान भी दे सकते हैं ना, यहाँ तो चलो ਨਹੀਂ, यहाँ ਇੱਥੇ ਲੋਕੀ ਨਿਆਜ਼ ਨਹੀਂ ਖਾਂਦੇ। नहीं खाते तो है। ਹਾਂ ਫਿਰ ਇੱਥੇ ਦੇ ਦਿਓ। ਉੱਥੇ ਤਾਂ ਮੈਂ ਤਾਂ ਕਈ ਵਾਰੀ ਦੇਖਿਆ ਲੋਕੀ ਚਾਵਲ ਖਾਂਦੇ, ਜ਼ਰਦਾ ਖਾਂਦੇ, ਮੈਂ ਤਾਂ ਹਜ਼ਾਰਾਂ ਵਾਰੀ ਦੇਖਿਆ ਤੇ ਮਸਜਿਦਾਂ 'ਚ। हाँ नहीं वो तो ਤੁਸੀਂ ਛੁਆਰੇ ਇੱਦਾਂ ਕਰੋ, ਤੁਸੀਂ ਛੁਆਰੇ ਨਾਲ ਕੋਈ ਸੌਗੀ ਮਿਕਸ ਕਰਕੇ ਦੇ ਦਿਓ ਤੇ ਉਹ ਨਿਆਜ਼ 'ਚ ਬਣ ਦੇਣਗੇ। ਹਰ ਵਾਰ ਪਾਕਿਸਤਾਨੀ ਕਿਉਂ ਤੁਰੇ ਰਹਿੰਦੇ ਹੋ? ਕੀ ਗੱਲ? किस दिन ਰਹਿਣਾ ਇਸ ਮੁਲਕ 'ਚ ਹੈ, ਜਾਣਾ ਉੱਥੇ ਹੈ, ਤੁਸੀਂ ਦੇਣ ਉੱਤੇ ਜਾਣਾ। ਵਾਹ ਜੀ ਵਾਹ। हेलो हाँ जी, नमस्कार जी। नमस्कार जी। जी प्रकाश जी, मैं अपने बेटियों के फ्यूचर बारे स्टडी बारे पूछना चाहती थी। हाँ जी, बेटी का नाम की है? इनिशियल दमा कि पूरा नाम? नहीं, पूरा नाम जो मैं कुंडी सेव करांगा जी, फिर दोबारा भी गल कर सकते हैं। अमृत। की नाम है जी? अमृत। अमृत? हाँ जी। ये नाम तो दसन वाला है, ये कोई छुपाने वाला नाम थोड़ी है अमृत। जी नहीं। हाँ जी, अमृत की डेट ऑफ बर्थ दसो की है? डेट ऑफ बर्थ है कि 7/11/95। 7th of November 1995। हाँ जी। और टाइम ऑफ बर्थ की है जी? उधर से 2:49 in the morning। 2:49 in the middle of the night, early part of the morning, ब्रह्म मुहूर्त टाइम। हाँ जी। और पैदाइश किस जगह ते हुई है जी? इस लंदन ही हैगी है। लंदन च पैदा हुए हैं, ठीक। हाँ जी। हाँ जी, गल करो। हाँ जी। हाँ जी। अमृत बारे आप की गल करनी है जी? अमृत ਦੇ फ्यूचर बारे मतलब स्टडी किस तरह जाएगी, फ्यूचर किस तरह रहेगा हेल्थ वाइज? स्टडी यदि काफ़ी मुश्किल पूरी होनी है। किस तरह चल रही है स्टडी इन्हां दी? एट द मोमेंट तो ठीक हैगी है। हाँ जी। Completion of the study 7th November 1995 2:49 in the morning, ब्रह्म मुहूर्त टाइम। इस टाइम की कर रहे हैं अमृत? ए लेवल्स कर रही है। वेरी गुड, फैंटास्टिक। की करना चाहते हैं? साइंस ਦੇ ਵਿੱਚ ਕੋਈ ਕੁਐਸਚਨ ਨਾ ਕੁਝ ਕਰਨਾ ਚਾਹੁੰਦੀ ਹਾਂ ਜੀ। ਸਾਇੰਸ ਸਬਜੈਕਟ ਰੱਖੇ ਹੋਏ ਨੇ ਉਹਦੇ ਵਿੱਚ। ਸਾਇੰਸ ਸਬਜੈਕਟ ਰੱਖੇ ਹੋਏ ਆ, ਬੱਲੇ ਬੱਲੇ, ਕੀ ਬਾਤ ਹੈ। ਹੁਣ ਇਹ ਹੈਗਾ ਕਿ ਜਿਹੜੀ ਇਹਨਾਂ ਦੀ ਸਟੱਡੀ ਹੈਗੀ ਆ, ਉਹ 'ਚ ਇਹਨਾਂ ਨੂੰ ਆਪਣੀ ਕੰਪਲੀਸ਼ਨ ਆਫ ਦਾ ਸਟੱਡੀ, ਉਹ 'ਚ ਥੋੜ੍ਹੇ ਜਿਹੇ ਇਸ਼ੂਜ਼ ਹੋ ਸਕਦੇ ਆ। ਔਰ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਇਹ ਹੋ ਸਕਦਾ ਹੈ ਕਿ ਜਿਹੜਾ ਕੋਰਸ ਸ਼ੁਰੂ ਕਰ ਲਿਆ ਕਈ ਵਾਰੀ ਉਹ ਹਾਰਡ ਹੋਏਗਾ ਇਹਨਾਂ ਲਈ ਫਿਨਿਸ਼ ਕਰਨਾ। ਔਰ ਪੜ੍ਹਾਈ ਪੂਰੀ ਖਤਮ ਕਰਨ 'ਚ ਬਹੁਤ ਰੁਕਾਵਟਾਂ ਹੋਊਗੀਆਂ। ਲੇਕਿਨ ਮੈਂ ਇਹਨਾਂ ਨੂੰ ਇਹ ਕਹਾਂਗਾ ਕਿ ਇਹ ਕੋਈ ਬਾਇਓ ਸਾਇੰਸ ਜਾਂ ਮੈਡੀਸਨ 'ਚ ਜਾਣ। ਅੱਛਾ ਜੀ। ਪਰ ਮੈਂ ਇਹਨੂੰ ਮੇਰਾ ਇੱਕ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਸੁਜੈਸ਼ਨ ਹੋਏਗੀ, ਮੈਂ ਕਹੂੰਗਾ ਕੁੜੀਏ ਫਾਰਮਾਸਿਸਟ ਬਣ ਜਾ, ਚੱਲ। फार्मासिस्ट? हाँ, वो तेरे लिए बेस्ट रहेगा, तो फान ऑफ द फाइनेस्ट रहेगा। बायो साइंस या मेडिसिन? हाँ, पहला मेडिसिन चल जाओ, MBBS करो, MD करो, FRS कर, जो भी SH करके मूव ऑन हो जाओ, ठीक है। डेंटल लाइन किस तरह रहेगी उधर लिए? हाँ जी, डेंटल BDS किस तरह रहेगा उधर लिए? BDS भी ठीक रहेगा। अच्छा जी। ਉਹਦੇ ਵਿੱਚ ਤਾਂ ਬਹੁਤੀਆਂ ਰੁਕਾਵਟਾਂ ਤਾਂ ਨਹੀਂ ਆਉਣਗੀਆਂ ਹੈਗੀਆਂ? ਨਹੀਂ, ਮੈਂ ਇਹਨੂੰ ਉਹ ਦੇਖੋ ਜੀ, ਇਸ ਤਰ੍ਹਾਂ ਹੈਗਾ, ਜਿਹੜੀ ਰੁਕਾਵਟਾਂ ਹੈਗੀਆਂ ਉਹ ਆਪਣੀ ਜਗ੍ਹਾ ਹੈ, ਚੈਲੰਜਸ ਆਪਣੀ ਜਗ੍ਹਾ। ਮੈਂ ਉਹ ਕਹੂੰਗਾ ਜਿਹੜੇ ਚੈਲੰਜਸ ਆ ਉਹ ਸਟੈਂਡ ਬਾਏ ਕਰਦੇ ਆ। ਹੁਣ ਇਹ ਹੈ ਕਿ ਹੋ ਸਕਦਾ ਹੈ ਇਹਨਾਂ ਦੀ ਹੈਲਥ ਠੀਕ ਨਾ ਹੋਣ ਕਰਕੇ ਪੜ੍ਹਾਈ ਵੀ ਰੁਕ ਜਾਏ, ਜਾਂ ਇਹਨਾਂ ਦਾ ਕਈ ਵਾਰੀ ਬੱਚੇ ਜਦੋਂ ਪੜ੍ਹਦੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਡਿਪਰੈਸ਼ਨ ਵੀ ਆ ਜਾਂਦਾ ਹੈ।
ਹਾਂਜੀ ਕਈ ਵਾਰੀ ਐਕਸਪੈਕਟੇਸ਼ਨ ਆਪਣੀਆਂ ਬਹੁਤ ਜ਼ਿਆਦਾ ਹੁੰਦੀਆਂ, ਆਪਾਂ ਕਈ ਵਾਰੀ ਪੜ੍ਹਾਈ ਦੇ ਵਿੱਚ ਥੱਲੇ ਚਲੇ ਗਏ, ਫਿਰ ਬੱਚੇ ਕਈ ਵਾਰੀ ਉਹ ਦਿਲ ਤੇ ਲੈ ਲੈਂਦੇ ਆ। ਹਾਂਜੀ ਇਹ ਕੁੜੀ ਨੂੰ ਟੈਪ ਔਨ ਦ ਸ਼ੋਲਡਰ, ਟੈਪ ਔਨ ਦ ਸ਼ੋਲਡਰ ਆਲ ਦ ਟਾਈਮ, ਟੈਪ ਔਨ ਦ ਸ਼ੋਲਡਰ, ਕਮ ਔਨ ਲੈਟਸ ਡੂ ਇਟ, ਲੈਟਸ ਡੂ ਇਟ, ਛੱਡ ਦੇ ਕੋਈ ਗੱਲ ਨਹੀਂ, ਡੋਂਟ ਵਰੀ ਅਬਾਊਟ ਇਟ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਕੁੜੀ ਡਾਕਟਰ ਬਣੇ ਜਾਂ ਫਾਰਮਾਸਿਸਟ ਬਣੇ ਜਾਂ ਕੁਝ ਪ੍ਰੋਫੈਸ਼ਨਲ ਕੁਆਲੀਫਾਈਡ ਬਣ ਜੇ, ਤੁਹਾਨੂੰ ਆਪਣੀ ਜਿਹੜੀ ਰਾਈਟ ਜਿਹੜਾ ਹੱਥ ਹੈ ਨਾ ਇਹਦੇ ਮੋਢੇ ਤੇ ਰੱਖਣਾ ਪੈਣਾ। ਕਮਾਨ ਬੱਚੇ, ਕਮਾਨ ਕਮਾਨ, ਇਹ ਕੁਝ ਨਹੀਂ ਹੋਇਆ, ਡੋਂਟ ਵਰੀ, ਤੂੰ ਘਬਰਾ ਨਾ, ਆ ਜਾ 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 ਲੈਟਸ ਡੂ ਇਟ, ਲੈਟਸ ਡੂ ਇਟ, ਡੋਂਟ ਵਰੀ ਯਾਰ, ਰੋਣਾ ਛੱਡ, ਲੈਟਸ ਡੂ ਇਟ, ਪ੍ਰੈਕਟੀਕਲ ਬਣ, ਆ ਜਾ, ਇਮੋਸ਼ਨਲ ਨਾ ਹੋ, ਇਹਦੀ ਕੋਈ ਵੈਲਿਊ ਨਹੀਂ ਹੈਗੀ, ਬਹੁਤ ਟਾਈਮ ਪਿਆ, ਕਰ ਲੈ ਫਟਾਫਟ, ਲੈਟਸ ਡੂ ਇਟ। ਹਾਂ, ਇਹ ਤੁਹਾਨੂੰ 6-7 ਸਾਲ 10 ਸਾਲ ਦੀ ਤਪੱਸਿਆ ਇਹਦੇ ਨਾਲ ਕਰਨੀ ਪੈਣੀ ਹੈ। ਠੀਕ। ਜੇ ਤੁਸੀਂ ਕਿਹਾ ਮੈਂ ਡਿਟਰਮਿੰਡ ਹੈ, ਮੈਂ ਮਾਂ ਸ਼ੇਰਨੀ ਹੈ ਔਰ ਮੈਂ करके दिखाऊंगी, मैं बना के दिखाऊंगी, फिर बन जाएगी, अच्छा जी। फिर बन जाएगी, फिर नहीं को रोक सकता है, थैंक यू जी। क्योंकि एक कला आ, दो 11 आ। हाँ जी। ਮਾਂ ਦੇ ਆਸ਼ੀਰਵਾਦ, ਮਾਂ ਦੀ ਸਪੋਰਟ, ਮਾਂ ਦੀ ਮੋਟੀਵੇਸ਼ਨ ਨਾਲ ਇਹਨੂੰ ਡਿਟਰਮਿਨ ਬਣਾਈ ਜਾਣਾ ਹੈ, ਇਹਨੂੰ ਐਕਸਪਲੋਰ ਕਰੀ ਜਾਣਾ ਹੈ, ਇਹਨੂੰ ਇਹਦੀ ਡੈਪਥ ਲੈ ਕੇ ਆਈ ਜਾਣੀ ਹੈ। ਜਦੋਂ ਬੱਚਾ ਢੇਰੀ ਨਿਆਣੇ ਹੁੰਦੇ ਆ, ਢੇਰੀ ਢਾ ਕੇ ਬਹਿ ਜਾਂਦੇ ਆ, ਮੇਰਾ ਗ੍ਰੇਡ ਨਹੀਂ ਆਇਆ, ਮੈਂ ਫੇਲ ਹੋ ਗਈ, ਮੈਂ ਰੀਸੈਟ ਕਰਨਾ ਪੈਣਾ, ਸੋ ਵਾਟ, ਇਟਸ ਨਾਟ ਐਂਡ ਆਫ ਦ ਵਰਲਡ, ਲੈਟਸ ਡੂ ਇਟ, ਯੂ ਕੈਨ ਡੂ ਇਟ, प्रॉब्लम नहीं है कोई। तेरा तू मेंटली शार्प है, सारा कुछ ठीक है, बस थोड़ा ऑर्गेनाइज कर, तू इमोशनल ना हो, टाइम वेस्ट ना कर, लेट्स डू इट, बस। वो टैप ऑन द शोल्डर तुसी करीगे 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 करीगे। देखो प्रोफैशनल क्वालिफिकेशन जो लेंदे हैं बच्चे, 80% ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਉਹ ਹੁੰਦੀ ਹੈ ਉਸ ਬੱਚੇ ਦੀ ਆਰਗੇਨਾਈਜੇਸ਼ਨ ਤੇ। ਹਾਂਜੀ ਹਾਂਜੀ। ਜਿਹਨੇ ਆਪਣੇ ਆਪ ਨੂੰ ਆਰਗੇਨਾਈਜ਼ ਕਰ ਲਿਆ ਨਾ, ਉਹਨੂੰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਹਾਂਜੀ 20% ਹੁੰਦੀ ਹੈ ਡੈਸਟਨੀ, ਲੱਕ, ਹਾਂਜੀ। ਉਹਦਾ ਆਪਣਾ ਟਾਈਮ ਹੈ, ਉਹਦਾ ਆਪਣਾ ਰੋਲ ਹੈ। ਹੁਣ 20% ਲੱਕ, 80% ਆਰਗੇਨਾਈਜੇਸ਼ਨ, ਉਹ ਮਿਕਸ ਆਪਾਂ ਕਰਨੀ ਹੈ, ਬਸ ਬਸ ਬਸ। ਉਹ ਕਰ ਲਈ, ਵੀ ਵਿਲ ਬੀ ਦੇਅਰ, ਨੋਬਡੀ ਕੈਨ ਸਟਾਪ ਅਸ। ਮੈਂ ਇਹਨੂੰ ਕੁਝ ਉਪਾਅ ਦਿੰਦਾ, ਤੁਸੀਂ ਕਰਵਾ ਦੇਣੇ ਆ। ਅੱਛਾ ਜੀ। ਇਸ ਬੱਚੀ ਦੇ ਕੰਨਾਂ 'ਚ ਖਾਲਸ ਸੋਨਾ ਪਵਾਓ। ਅੱਛਾ ਜੀ। ਇਸ ਬੱਚੀ ਦੀ ਛੋਟੀ ਲੈਫਟ ਹੈਂਡ ਦੀ ਜਿਹੜੀ ਆ ਛੋਟੀ ਉਂਗਲੀ ਹੈ, ਇਹਦੇ ਵਿੱਚ ਤੁਸੀਂ ਫਾਈਨ 골ਡ ਦੀ ਬੈਂਡ ਪਾਣੀ ਹੈ। ਅੱਛਾ ਜੀ। ਇਸ ਬੱਚੀ ਦੇ ਵੱਡੇ ਜਿਹੜੇ ਟੋ ਹੈ, ਜਿਹੜੇ ਵੱਡੇ ਟੋ ਹੈ, ਉਹਨਾਂ ਚਾਂਦੀ ਦੇ ਛੱਲੇ ਪਾਣੇ ਆ। ਅੱਛਾ ਜੀ। ਇਸ ਬੱਚੀ ਦੇ ਗਲੇ ਦੇ ਵਿੱਚ ਫਾਈਨ 골ਡ ਦੇ ਵਿੱਚ ਰੀਅਲ ਪਰਲ ਜੜਵਾ ਕੇ ਪਾਉਣਾ ਹੈ। ਅੱਛਾ ਜੀ। ਠੀਕ ਹੈ, ਇਹ ਕੰਮ ਹੋ ਗਿਆ, ਇਹ ਕੰਮ ਹੋ ਗਿਆ, ਇਹ ਕੰਮ ਹੋ ਗਿਆ, ਲੈਟਸ ਡੂ ਇਟ। ਚਾਂਦੀ ਦੀਆਂ 2 ਠੋਸ ਗੋਲੀਆਂ ਇਹਦੀ ਪਾਕਟ 'ਚ ਪਾ ਕੇ ਰੱਖਣੀ ਹੈ। ਅੱਛਾ ਜੀ। ਠੀਕ ਹੈ, ਹਰ ਸਾਲ 2 ਵਾਰੀ 4 ਵਾਰੀ ਖੱਬੇ ਪਾਸੇ, लगता टाइम हो गया, कंप्यूटराइज है सब कुछ, क्या करें। दोबारा आए, मैं गल करना चाहना, दोबारा गल करो, मैं गल खत्म नहीं की थी, अमृत दे बारे गल करनी है, कैमरे बंद ते चलते हैं जी। हेलो हेलो। हाँ जी, नमस्कार जी। नमस्कार। मेरे बारे में ही पूछना है। हाँ जी। बर्थ रेट है 14 अप्रैल। आपका नाम? स्टार्टिंग विद जी। क्या नाम है जी? स्टार्टिंग विद जी। मैं समझा नहीं, सॉरी। स्टार्टिंग विद जी। G as in God, starting with G. Okay, can I have the full name if you don't mind? Maybe we can take it offline. Okay, can I have your date of birth? Yeah, that's 14th April, 14th April. 1978. 78. Time of birth? 3:51 दोपहर के। Place of birth? बॉम्बे। Bombay, okay. How can I help you? Just wanted to know about the career and whether should I stay in UK or should I go back to India or some other country. April 78, 3:51 in the afternoon, Bombay, Maharashtra, India. Mm-hmm.
If you want to make any decision, please do make a decision after 30th of May. 30th of May. Yeah, after 30th of May, you'll come across a very dignified, unique opportunity which can be linked with your profession or financial gain. And that particular time, from 30th May 2013, you'll have near about to 30th May 2013 till December 2015. That will be this particular segment of time will give you prominency. That will be the prominent time regarding your self-contentment, regarding your status, regarding source of income, regarding professional gain, regarding establishment. Yes. But I'm looking out for a job from many months, around 9 to 10 months, but I'm not getting one up until now. But job, you'll get the job from 30th of May. But till that time, you have to keep on trying. I'm sorry to say that. Okay, so till 30th of May, there is no possibility of getting a job. You can get a job, something like if you compromise, you can, okay, regarding the position or regarding the wage or anything like that. I'm not saying that. But for the next 6 weeks, 8 weeks, something will be there. But from 30th of May onwards, you'll come a new, that particular phase of time is a new, suddenly that particular phase of time, it will resolve most of your disappointment, frustration. It will take that time will take it away from you completely. There's not any more frustrations now. Yeah. Any possibilities of if I move into business or something besides the job? If you, whatever you want to do regarding your source of income or profession, please do decide after 30th of May. Okay. So This particular time, anything new or anything what I want to do, whatever you want to do. 30th of May, not Yeah, before that. 30th of May. I am waiting for the Jupiter coming back to normality. Okay. Yeah, the Jupiter coming back to normality will give you new energy, new you, upgrade you, refresh you. What the Rahu has done since July 2010 till now is just bringing a decay, fatigue, down, down, down. 30th May, you'll restart again. Okay. That is the time for the next that time till December 2015. You will have a 2.5 year, more than 2.5 years to re-establish yourself, whatever you want to do. Yes. Okay, so as far as job is concerned, you said there are another 6 to 8 weeks and I might have to compromise on the positions or maybe a wage cut or whatever. Now, at this time, you got to compromise the position, no doubt about it. But that compromise is not a permanent compromise. That compromise is just according to situation and time, you do that all the time. But after 30th of May, move on. Okay, so there might be a change of job or I can continue with the same stuff or whatever. At this particular time, whatever is somebody is given to you, take it along, no problem. Okay. Yes, at That's this what all time, types. this is not the time to be too choosy. No. And it is okay, I want to make my time productive, creative, active, and I like to carry on doing what I'm doing. That's it. Yes. Yes, after 30th of May, I will negotiate the wage packet, I will negotiate my money, I will negotiate my position, I will negotiate my status, I will negotiate my whole credentials, whatever it is you're offering to me, but not before that, no. Okay. Yes. And will I be in UK or I might have to change the country or change the place? You can change the country, but only do this if you really think something dignified or big, not only on the base of your dreams, no. But you can change the country. The biggest achievement is already going to happen. This particular 2.5 years, you can establish yourself. This particular time, the Gaj Kesari Yoga, which is well defined in your chart, will be activated. And that Gaj Kesari Yoga is going to make you self-content. Yes. Okay. That's what we have been waiting for. That's what I'm saying to you. At this particular time, just cool down, calm down. Everything will be fine. February is half is gone. Let us say, you got to excuse my bravery. Half is gone. March, April, May full. 3.5 months are there. Okay. Either we compromise whatever somebody is given to us and carry on doing something what we're doing and enjoying, and be active, be creative, be visionary, no doubt about it. After 3.5 months, a new chapter is going to start, and that chapter will be the finest.
Yes, that chapter will bring a recognition, appreciation, and that chapter will activate your Gaj Kesari Yoga, which will make you self-content. Let's do that. Any specific combination which you're looking at, means it's in the 11th house, 10th house, or Sorry? any specific combination which we are looking out for the Gaj Kesari, because there are different On combinations. the which 11th might house. On the 11th house. be in the 11th house. Yes. Gaj Kesari Yoga will bring recognition, appreciation. Gaj Kesari Yoga will bring you status. Gaj Kesari Yoga will evaluation, a new evolution in your source of income. Yes. Okay. Okay, that's what I wanted to know. Sorry? That's what I wanted to know. So, Wish you all the best. okay, thank you. हाँ जी नमस्कार जी नमस्कार हाँ जी गल करो मैं अपने बेटे बारे पुछना सी बेटे का नाम की है दलराज की नाम है जी DALRAG दलराज दिलराज है हाँ जी बर्थडे डेट है क्या 12 अक्टूबर 94 12 अक्टूबर है 94 है टाइम ऑफ बर्थ की है जी दोपहर ਦੇ 3:01 दोपहर ਦੇ 3:01 और पैदाइश किस जगह ਤੇ ਹੋਈ ਹੈ ਇੱਥੇ ਬਰਮਟਨ ਦੀ ਵੁਲਵਰਹੈਂਪਟਨ ਚ ਪੈਦਾ ਹੋਏ ਹੈ ਹਾਂਜੀ हाँ जी गल करो ਮੈਂ ਪੁੱਛਣਾ ਜਿੱਦਾਂ ਇਹ ਪੜ੍ਹਾਈ ਲਈ ਕਿੱਦਾਂ ਰਹਿਣਗੇ ਤੇ ਗਾਂ ਜਿੱਦਾਂ ਕੋਈ ਮਾੜੀ ਸੰਗਤ ਵਿੱਚ ਤੇ ਨਹੀਂ ਪੈਣਗੇ ਚੰਗੇ ਰਹਿਣਗੇ ਗਾਂ पढ़ाई ਇਹਨਾਂ ਦੀ ਕਾਫੀ ਮੁਸ਼ਕਿਲ ਪੂਰੀ ਹੋਣੀ ਹੈ ਮੁਸ਼ਕਲ ਹੋਣੀ ਆ ਕਾਫੀ ਮੁਸ਼ਕਿਲ ਪੂਰੀ ਹੋਏਗੀ ਬਹੁਤ ਮੁਸ਼ਕਿਲ ਪੂਰੀ ਹੋਏਗੀ हाँ इदा है अकल पूरी होएगी गुस्सा बहुत ज़्यादा होएगा ਹਾਂ लेकिन पढ़ाई बहुत मुश्किल ना पूरी होनी है अकल पढ़ाई ठीक। हाँ जी ਜਿਹਦਾ ਗਾਂ ਕਿਸੇ ਮਾੜੀ ਸੰਗਤ ਵਿੱਚ ਤੇ ਨਹੀਂ ਪੈਣਗੇ ਹੁਣ ਇਦਾਂ ਹੈਗਾ ਇਸ ਜਿਹੜਾ ਭਾਜੀ ਦਿਲਰਾਜ ਭਾਜੀ ਹੈ ਇਹਨਾਂ ਨੇ ਦਿਮਾਗ ਤੋਂ ਘੱਟ ਫੈਸਲੇ ਲੈਣੇ ਆ ਦਿਲ ਤੋਂ ਜ਼ਿਆਦਾ ਲੈਣੇ ਆ ਹਾਂ ਇਹ ਭਾਜੀ ਇਦਾਂ ਦੇ ਹੋਊਗੇ ਵੀ ਆਪਾਂ ਹਰ ਗੱਲ ਦਿਲ ਦਾ ਫੈਸਲੇ ਕਰਾਂਗੇ ਹਾਂ ਉਸ ਕਰਕੇ ਜਿਹੜੇ ਬੰਦੇ ਇਮੋਸ਼ਨਲ ਵੀ ਜ਼ਿਆਦਾ ਹੋਣ ਤੇ ਗੁੱਸਾ ਵੀ ਬਹੁਤ ਜ਼ਿਆਦਾ ਹੋਵੇ ਇਹ ਕੰਬੀਨੇਸ਼ਨ ਕੋਈ ਇੰਨਾ ਵਧੀਆ ਨਹੀਂ ਹੁੰਦਾ ਹਾਂ ਉਹਦੇ 'ਚ ਹਰ ਗੱਲ ਤੇ ਆਪਾਂ ਇਮੋਸ਼ਨਲ ਹੋਈ ਜਾਂਦੇ ਆ ਹਾਂ ਔਰ ਹਰ ਗੱਲ ਤੇ ਗੁੱਸਾ ਕਰੀ ਜਾਂਦੇ ਆ ਹਾਂ ਕਿਉਂਕਿ ਜਦੋਂ ਤੁਸੀਂ ਬੈਲੈਂਸ ਹੀ ਨਹੀਂ ਹੈਗੇ ਫਿਰ ਤੁਸੀਂ ਫੈਸਲਾ ਕਿੱਦਾਂ ਕਰੋਗੇ ਕਰੂੰਗੇ ਯਾਰ ਦਿਮਾਗ ਨੇ ਤਾਂ ਉਦੋਂ ਹੀ ਕੰਮ ਕਰਨਾ ਜਦੋਂ ਤੁਸੀਂ ਔਰ ਮੈਂ ਆਰਾਮ ਨਾਲ ਕੂਲ ਹੈ ਕਾਮ ਹੈ ਬੈਲੈਂਸ ਹੈ ਹਾਂ ਹਾਂ ਜਦੋਂ ਕਹਿੰਦੇ ਆ ਵੀ ਜਦੋਂ ਕਿਸੇ ਦੀ ਮੁਸੀਬਤ ਪੈਂਦੀ ਹੈ ਉਹ ਪਹਿਲਾਂ ਕਹਿੰਦਾ ਭਾਈ ਠੰਡਾ ਹੋ ਜਾ ਆਰਾਮ ਨਾਲ ਬੈਠ ਸੋਚ ਇਹ ਸੋਚ हाँ क्योंकि जब तक सोचते नहीं दिमाग ने काम नहीं करना और इमोशन ते गुस्से च दिमाग काम नहीं करता ਹਾਂ उदों तो आप भाव आया ਆਪਾਂ ਤੇ ਗੁੱਸਾ ਆਇਆ ਤੇ ਬਹੁਤ ਹੀ ਗੁੱਸਾ ਆਇਆ ਕਿਸੇ ਤੇ ਆਪਾਂ ਜਦੋਂ ਗੁੱਸਾ ਆਇਆ ਤੇ ਆਪਾਂ ਬਸ ਤਖਤੇ ਪੱਟ ਦਿੰਦੇ ਆ ਜਦੋਂ ਕਿਸੇ ਤੇ ਦਿਆਲ ਆ ਤੇ ਪੈਰਾਂ ਤੇ ਗਿਰ ਜਾਣਾ ਬਸ ਤੇ ਪੈਰ ਹੀ ਚੱਟੀ ਜਾਣੇ ਆ ਇਦਾਂ ਨਹੀਂ ਇਸ ਕਰਕੇ ਪੜ੍ਹਾਈ ਇਹਨਾਂ ਦੀ ਬਹੁਤ ਮੁਸ਼ਕਲ ਨਾਲ ਪੂਰੀ ਹੋਏਗੀ ਤੁਹਾਨੂੰ ਮਾਂ ਨੂੰ ਗੁਰੂ ਬਣਨਾ ਪੈਣਾ ਤਾਂ ਪੜ੍ਹਾਈ ਪੂਰੀ ਹੋਏਗੀ ਮਾਂ ਨੂੰ ਇਹਨੂੰ ਰਸਤਾ ਦਿਖਾਉਣਾ ਪੈਣਾ ਤਾਂ ਪੜ੍ਹਾਈ ਪੂਰੀ ਹੋਊਗੀ ਮਾਂ ਨੂੰ ਇੱਕ ਬਹੁਤ ਵੱਡਾ ਰੋਲ ਪਲੇ ਕਰਨਾ ਪੈਣਾ ਤਾਂ ਪੜ੍ਹਾਈ ਪੂਰੀ ਹੋਊਗੀ ਮਾਂ ਨੂੰ ਇਹਨੂੰ ਧੂ ਧਾ ਕੇ ਨਾ ਫੜ ਕੇ ਇਹਨੂੰ ਸਾਫਾ ਗਲ ਚ ਪਾ ਕੇ ਇਹਨੂੰ ਧੂ ਕੇ ਲਿਆਉਣਾ ਚਾਹੀਦਾ ਇਧਰ ਆ ਕੀ ਕਰਦਾ ਪਿਆ ਨਹੀਂ ਇਦਾਂ ਨਹੀਂ ਕਰ ਸਕਦਾ ਇਦਾਂ ਕਰਨਾ ਪਊਗਾ ਤਾਂ ਪੜ੍ਹਾਈ ਪੂਰੀ ਹੋਊਗੀ ਕੋਸ਼ਿਸ਼ ਤਾਂ ਮੇਰੀ ਬਹੁਤ ਜੇ ਤੁਸੀਂ ਸੋਚਦੇ ਹੋ ਵੀ ਚਲੋ ਕੋਈ ਗੱਲ ਨਹੀਂ ਹੈ ਜਿਹਦੇ ਇੱਥੇ ਇਸ ਮੁਲਕ 'ਚ ਇਦਾਂ ਹੈ 18 ਸਾਲ ਦਾ ਹੋ ਕੇ ਜਨਮ ਦਿਨ ਮਨਾ ਲਓ 21 ਸਾਲ ਦਾ ਹੋ ਕੇ ਜਨਮ ਦਿਨ ਮਨਾ ਲਓ 25 ਸਾਲ ਦਾ ਹੋ ਗਿਆ ਓਏ ਉਹ ਤਾਂ ਜਨਮ ਦਿਨ ਤਾਂ ਮਨਾਈ ਜਾਓ ਕੇਕ ਲਿਆਲਾ ਵੱਢੀ ਜਾਂਦੇ ਹੋ ਉਹ ਕੋਨੇ ਕੀਤਾ ਕੀ ਹੈ ਉਹ ਨਿਆਣੇ ਨੂੰ ਪੁੱਛਦਾ ਲਓ ਵਾਟ ਯੂ ਹੈਵ ਅਚੀਵ ਸੋ ਫਾਰ ਆਪਾਂ ਜਿੱਥੋਂ ਆਏ ਆ ਜਿਹੜੀ ਧਰਤੀ ਤੋਂ ਆਏ ਆ ਤੁਸੀਂ ਔਰ ਮੈਂ ਉੱਥੇ ਤਾਂ ਪੁੱਛਦੇ ਆ ਵੀ ਤੂੰ ਪ੍ਰਾਪਤ ਕੀ ਕੀਤਾ ਹੁਣ ਤੱਕ ਤੇਰੇ ਪੱਲੇ ਕੀ ਹੈ ਉੱਥੇ ਜਨਮ ਦਿਨ ਤਾਂ ਮਗਰੋਂ ਮਨਾਉਂਦੇ ਆ ਪਹਿਲਾਂ ਪੁੱਛਦੇ ਆ ਵੀ ਤੂੰ ਪੈਰਾਂ ਤੇ ਖੜਾ ਹੋਇਆ ਕਿ ਨਹੀਂ ਹੋਇਆ ਭਾਈ ਕੀ ਕਰ ਰਿਹਾ ਹਾਂ ਹੁਣ ਤੁਹਾਨੂੰ ਇਹ ਹੈ ਕਿ ਇਹਨੂੰ ਇਸ ਟਾਈਮ ਜਿਹੜੀ ਸੋਚ ਹੈ ਨਾ ਤੁਹਾਨੂੰ ਇਹਨੂੰ ਦਿਸ਼ਾ ਦੇਣੀ ਪੈਣੀ ਹੈ ਇਹਦੇ ਗੁੱਸੇ ਨੂੰ ਵੀ ਬਰਦਾਸ਼ਤ ਕਰਨਾ ਪੈਣਾ ਇਹਦੇ ਕੌੜੇ ਬੋਲਾਂ ਤੋਂ ਡਰਨਾ ਨਹੀਂ ਹੈ ਇਹਦੇ ਨਾਲ ਮੁਕਾਬਲਾ ਕਰਨਾ ਪਊਗਾ ਕਿਉਂਕਿ ਇਹਦੀ ਜ਼ਿੰਦਗੀ ਦਾ ਸਵਾਲ ਹੈ ਹਾਂ ਉਹ ਜੇ ਤੁਸੀਂ ਡਟ ਗਏ ਇੱਕ ਸੂਰਮੇ ਦੀ ਤਰ੍ਹਾਂ ਫਿਰ ਤਾਂ ਜ਼ਿੰਦਗੀ ਬਣਾ ਦੂੰਗੇ ਇਹਦੀ ਚੰਗੀ ਤਰ੍ਹਾਂ ਜੇ ਕੋ ਵੀ ਇਹ ਮਾੜਾ ਜਿਹਾ ਚੜਬੜ ਕੀਤੀ ਆ ਤੁਸੀਂ ਕਹੋ ਇਹ ਤਾਂ ਬੋਲਦਾ ਬਹੁਤ ਹੈ ਰਹਿਣ ਦਿਓ ਨੋ ਨਹੀਂ ਮੈਂ ਤਾਂ ਮੋਰੇ ਪੂਰਾ ਉਹਨੂੰ ਜਿਹਦਾ ਕਹਿੰਦੇ ਤੂੰ ਇਹ ਰੋਂਗ ਆ ਹਾਂ ਇਹਨੂੰ ਦੱਸਣਾ ਬਹੁਤ ਜ਼ਰੂਰੀ ਹੈ ਤੂੰ ਇੱਥੇ ਗਲਤ ਹੈ ਇਹ ਕੋ ਪਿਆਰ ਤਾਂ ਜ਼ਹਿਰ ਵੀ ਹੁੰਦਾ ਪਿਆਰ ਵਰਦਾਨ ਵੀ ਹੈ ਪਹਿਲੇ 5 ਸਾਲ ਨਿਆਣੇ ਨੂੰ ਚੁੰਮੀ ਦਾ ਚੱਟੀ ਦਾ
ਠੀਕ ਹੈ ਨਾ। ਉਸ ਤੋਂ ਬਾਅਦ ਕਿਤਾਬਾਂ 'ਚ ਹੀ ਲਿਖਿਆ ਜਦੋਂ ਬੱਚਾ ਗਲਤੀ ਕਰਦਾ ਉਹਨੂੰ ਪਨਿਸ਼ ਕਰੋ, ਦੱਸੋ ਕਿੱਥੇ ਤੂੰ ਗਲਤ ਹੈ। ਫਿਰ ਉਹ ਪਿਆਰ ਨਹੀਂ, ਉਹ ਅਭਿਸ਼ਾਪ ਹੈ, ਉਹ ਪੂਰਾ ਤਰ੍ਹਾਂ ਖਰਾਬ ਕਰੇਗਾ। ਇਸ ਟਾਈਮ ਤੁਹਾਨੂੰ ਜਿਹੜਾ ਇਸ ਟਾਈਮ ਇਹਦੇ ਮਨ 'ਚ ਗੁੱਸਾ ਬਹੁਤ ਹੈ ਔਰ ਕਈ ਵਾਰੀ ਕੰਟਰੋਲ ਤੋਂ ਬਾਹਰ ਹੈ। ਹੁਣ ਜਿਹੜਾ ਇਹਦਾ ਟਾਈਮ ਆਉਣਾ ਹੈ, ਜਿਹੜਾ ਇਹਦਾ ਹੁਣ ਟਾਈਮ ਚੱਲਣਾ ਹੈ, ਖਾਸ ਤੌਰ 'ਤੇ ਤੁਹਾਨੂੰ ਦੱਸ ਦਿੰਦਾ ਹੈ, ਉਹ ਜਿਹੜਾ 2014 ਜਨਵਰੀ ਤੋਂ ਸ਼ੁਰੂ ਹੋਣਾ ਹੈ, ਉਹ ਟਾਈਮ ਕੰਟਰੋਲ 'ਚ ਰੱਖਣਾ। ਬੀਬੀ ਇਹਨੂੰ ਕੰਟਰੋਲ 'ਚ ਰੱਖੋ, ਇਹਨੂੰ ਕੰਟਰੋਲ 'ਚ ਰੱਖੋ ਭਾਈ, ਇਹਨੂੰ ਕੰਟਰੋਲ 'ਚ ਰੱਖੋ, ਇਹਦੇ ਲਗਾਮ ਪਾਓ, ਇਹਦੇ ਲਗਾਮ ਪਾਓ। ਨੋ ਉਦਾਂ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਸਹੀ ਰਸਤੇ ਲਿਜਾਊਗਾ ਕਿ ਨਹੀਂ? ਹੁਣ ਮੈਂ ਕੋਈ ਮਿੱਠੀਆਂ ਮਿੱਠੀਆਂ ਕਹਾਣੀਆਂ ਸੁਣਾਉਣ ਵਾਲਾ ਬਾਬਾ ਨਹੀਂ ਹੈ। ਨਹੀਂ ਮੈਂ ਨਹੀਂ ਕਹਿੰਦੀ ਵੀ ਪਤਾ ਮੈਂ ਉਹ ਗੱਲ ਕਰਦਾ ਜਿਹੜੀ ਤੁਸੀਂ ਇਹਨੂੰ ਨਿਗਾਹ ਰੱਖੋ। ਜਿਹੜਾ ਅਗਲੇ ਸਾਲ ਇਹਦੇ ਸ਼ੁਰੂ ਹੋ ਰਿਹਾ 2014 ਜਨਵਰੀ ਤੋਂ, ਉਹ 18 ਸਾਲ ਬਹੁਤ ਚੈਲੰਜਿੰਗ ਹੋਣਗੇ। ਉਹ 18 ਸਾਲਾਂ 'ਚ ਆਪਾਂ, ਇਹ ਨਿਆਣਾ ਆ, ਕਈ ਗੱਲਾਂ 'ਚ ਇਹਨੂੰ ਐਕਸਪੀਰੀਅੰਸ ਨਹੀਂ ਹੈ, ਜੋਸ਼ ਚੜਿਆ ਹੁੰਦਾ ਹਰ ਟਾਈਮ। ਇਹਨੂੰ ਭਾਈ ਨੂੰ ਜ਼ਮੀਨ ਤੇ ਲੈ ਕੇ ਜ਼ਮੀਨ ਤੇ ਖੜਾ ਕਰਨਾ ਪੈਣਾ ਹੈ। ਭਾਈ ਆਹ ਰਾਈਟ ਹੈ, ਆਹ ਰੌਂਗ ਹੈ। ਹਾਂ, ਔਰ ਤੂੰ ਰੌਂਗ ਕਰੇਗਾ, ਇੱਦਾਂ ਕਰੂੰਗਾ ਜ਼ਿੰਦਗੀ ਨੇ ਬਰਬਾਦ ਹੋ ਜਾਣਾ, ਖਤਮ ਹੋ ਜਾਣਾ। ਤੂੰ ਇੱਦਾਂ ਦਾ ਕਰੇਗਾ ਜ਼ਿੰਦਗੀ ਨੇ ਬਣ ਜਾਣਾ, ਤੂੰ ਪੈਰਾਂ ਤੇ ਆ ਜਾਏਗਾ। ਇਹਨੂੰ ਸਾਰੀ ਗੱਲ ਖੁੱਲ੍ਹ ਕੇ ਕਰਨੀ ਪਊਗੀ, ਕੋਈ ਸ਼ਰਮ 'ਚ ਨਾ ਰਹਿ ਜਿਓ ਤੁਸੀਂ। ਨੋ, ਸਾਰੀ ਗੱਲ ਖੁੱਲ੍ਹ ਕੇ ਕਰਨੀ ਪਊਗੀ। ਨੋ, ਮੈਂ ਤਾਂ ਜਿਹਦਾ ਸਾਰੇ ਜਦੋਂ ਦੱਸਦੀ ਆ ਦੇਖ ਗਲਤ ਆ ਸਹੀ ਆ ਸਾਰਾ ਕੁਝ ਕਰਨਾ ਪੈਣਾ। ਮੈਂ ਕਰਕੇ ਇੰਡੀਆ ਦੇ ਕਲਚਰ ਦੀ, ਮੈਨੂੰ ਇੰਡੀਆ ਦੇ ਕਲਚਰ ਦਾ ਪਤਾ, ਆਪਣੇ ਆਪ ਨੂੰ ਪਤਾ, ਤੁਹਾਨੂੰ ਪਤਾ। ਇਹ ਜ਼ਿੰਦਗੀ ਬਣਾਊਗਾ ਤਾਂ ਆਪਣਾ ਖੁਦ ਪੈਰਾਂ ਤੇ ਖੜਾ ਹੋਊਗਾ। ਹੁਣ ਆ ਜਿਹੜੇ 18 ਸਾਲ ਹੈ, ਜੇ ਤਾਂ ਸੰਭਲ ਗਿਆ ਫਿਰ ਬਣ ਗਿਆ, ਜੇ ਆਪਾਂ ਸੰਭਲੇ ਨਹੀਂ ਹੈ ਫਿਰ ਆਪਾਂ ਖੱਜਲ ਹੋਵਾਂਗੇ, ਫਿਰ ਆਪਾਂ ਧੱਕੇ ਖਾਵਾਂਗੇ। ਇਹ ਕੋਈ ਉਪਾਅ ਮੈਂ ਦੇ ਦਿੰਦਾ, ਉਪਾਅ ਦੇ ਦਿੰਦਾ। ਤੁਹਾਨੂੰ ਇਹਨੂੰ ਬਹੁਤ ਧਿਆਨ ਨਾਲ ਰੱਖਣਾ ਪੈਣਾ। ਏਦਾਂ ਤਾਂ ਉਹਨੂੰ ਪਤਾ ਮੇਰੀ ਮੰਮੀ ਸਟ੍ਰਿਕ ਆ, ਹਰੇਕ ਆਪਣੇ ਫਰੈਂਡ ਵੀ ਕਹਿੰਦਾ ਮੇਰੀ ਮੰਮੀ ਸਟ੍ਰਿਕ ਆ, ਮੰਮੀ ਮੇਰੀ ਸਟ੍ਰਿਕ ਬਹੁਤ ਆ। ਇਸ ਟਾਈਮ ਬੀਬੀ ਇਹਨੂੰ ਗਲਤ ਲੋਕਾਂ 'ਚ ਨਾ ਬੈਠਣ ਦਈਓ, ਇਸ ਟਾਈਮ ਇਹਨੂੰ ਨਸ਼ਾ ਨਾ ਕਰਨ ਦਈਓ, ਇਸ ਟਾਈਮ ਇਹਨੂੰ ਸਮੋਕ ਨਹੀਂ ਕਰਨ ਦੇਣੀ, ਇਸ ਟਾਈਮ ਗਲਤ ਲੋਕਾਂ 'ਚ ਨਹੀਂ ਬਹਿਣ ਦੇਣਾ ਇਹਨੂੰ। ਚਾਹੇ ਇਹਦੇ ਨਾਲ ਲੜਨਾ, ਫਰੈਂਡ ਵੀ ਨਹੀਂ ਬਣ ਦਿੰਦੀ ਬਣਾਉਣ, ਚਾਹੇ ਇਹਦੇ ਨਾਲ ਲੜਨਾ ਹੀ ਪਵੇ, ਕਿਉਂ ਨਾ ਹੋਵੇ। ਕਿਉਂਕਿ ਇਹ ਕਿਸੇ ਦੀ ਜ਼ਿੰਦਗੀ ਦਾ ਫੈਸਲਾ, ਇਹ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ। ਠੀਕ ਹੈ, ਕਿਸੇ ਦੀ ਜ਼ਿੰਦਗੀ ਵੀ ਵੇਸਟ ਨਹੀਂ ਹੋਣੀ ਚਾਹੀਦੀ, ਬਿਲਕੁਲ ਨਹੀਂ, ਗਲਤ। ਇਹਦੀ ਜੀਵਨ ਦਾ ਨਿਰਮਾਣ ਤੁਸੀਂ ਕਰਨਾ ਹੈ, ਮਾਂ ਹੋ ਤੁਸੀਂ। ਔਰ ਇਹਨੂੰ ਜੇ ਨਹੀਂ ਪਤਾ ਲੱਗਦਾ, ਇਹ ਭੰਬਲ ਭੂਸੇ ਪਏ ਹੋਏ ਆ ਇਹਨੂੰ ਤਾਂ ਆਪਣੇ, ਤੇ ਇਹਨੂੰ ਜੇ ਨਹੀਂ ਸਾਫ਼ ਨਜ਼ਰ ਆਉਂਦਾ, ਇਹਦੀਆਂ ਅੱਖਾਂ ਤੇ ਹੋਵੋ ਫਿਰ ਭਾਈ, ਇਹਨੂੰ ਅਕਲ ਦੇ ਨਾਲ ਇਹਦੀਆਂ ਅੱਖਾਂ ਧੋਵੋ। ਆਹ ਦੇਖ, ਇਹਨੂੰ ਧੂਣਾ ਪੈਣਾ ਤੁਹਾਨੂੰ ਇਹਦੇ ਨਾਲ। ਇਹ ਜੇ ਪੂਰੀ ਘੋਲ ਕਰਨੇ ਪੈਣੇ ਆ, ਇਹ ਤਾਂ ਸੰਭਲੂਗਾ ਪੂਰੀ ਤਰ੍ਹਾਂ। ਅਜੇ ਤਾਂ ਜਿੱਦਾਂ ਕਿਤੇ ਸਕੂਲ ਲਈ ਜਾਂ 10 ਮਿੰਟ ਸਕੂਲ ਲੇਟ ਰਹਿਣਾ ਹੈ, ਦੱਸਣਾ, ਹਰੇਕ ਗੱਲ ਦੱਸਣੀ, ਦੱਸੇ ਤੋਂ ਪੁੱਛੇ ਬਗੈਰ ਤੋਂ ਬਾਹਰ ਨਹੀਂ ਜਾਣਾ। ਹਾਂ, ਜਿਹੜੇ ਆਉਣ ਵਾਲੇ 18 ਸਾਲ ਹੈ, ਇਹਨੇ ਇਹ ਟਾਈਮ ਥੋੜ੍ਹਾ ਜਿਹਾ ਸੰਭਲ ਵਾਲਾ ਹੋਊਗਾ। ਪਹਿਲੇ 6 ਸਾਲ, ਪਹਿਲੇ 8 ਸਾਲ ਮਾਰੋ ਮਾਰ ਹੋਣੀ ਹੈ। ਉਹ 'ਚ ਇਹਨੂੰ ਬਹੁਤਾ ਜ਼ਿਆਦਾ ਤੁਹਾਨੂੰ ਇਹਨੂੰ ਕਹਿੰਦੇ ਹੁੰਦੇ ਆ, ਇਹ 'ਤੇ ਨਿਗਾਹ ਰੱਖਣੀ ਪੈਣੀ ਹੈ। ਹਾਂ, ਇਹਦੀ ਕੰਪਨੀ, ਸੰਗਤ ਤੁਹਾਡੀ ਮੇਰੀ ਸੰਗਤ ਜਿੱਦਾਂ ਦੀ ਹੋਊਗੀ, ਸੰਗਤ ਉੱਦਾਂ ਦੇ ਚੜੂਗੇ ਰੰਗ ਜਾਣਗੇ। ਜੇ ਸੰਗਤ 'ਚ 50 ਨੁਕਸ ਹੈ, ਸਾਡੇ ਅੰਦਰ 1000 ਨੁਕਸ ਹੋਣਗੇ। ਠੀਕ ਹੈ, ਜਿੱਦਾਂ ਦਾ ਸੰਗ ਕੀਤਾ ਨਾ, ਉੱਦਾਂ ਦਾ ਰੰਗ ਚੜ ਜਾਣਾ। ਸੰਗਤ ਬਹੁਤ ਜ਼ਰੂਰੀ ਹੈ, ਇਹਦਾ ਆਪਣੇ ਠੀਕ ਰਸਤੇ ਤੇ ਚੱਲਣਾ ਬਹੁਤ ਜ਼ਰੂਰੀ ਹੈ। ਬਾਕੀ ਮੈਂ ਤੁਹਾਨੂੰ ਕੁਝ ਉਪਾਅ ਦਿੰਦਾ, ਕਰ ਦਿਓ। ਪਹਿਲਾ ਉਪਾਅ ਜਿਹੜਾ ਬਹੁਤ ਜ਼ਰੂਰੀ ਕਰਨਾ ਹੈ, ਇਹਦੇ ਗਲੇ ਦੇ ਵਿੱਚ ਚਾਂਦੀ ਦੇ ਚੌਰਸ ਟੁਕੜੇ 'ਚ ਰੀਅਲ ਪਰਲ ਜੜਵਾ ਕੇ ਪਵਾ ਦਿਓ। ਉਹ ਮੈਂ ਪਵਾਇਆ, ਉਹਦੇ ਨਾਲ ਗੁੱਸਾ ਘੱਟ ਕਰੂਗਾ, ਸ਼ਦਾਈ ਨਹੀਂ ਬਣੂਗਾ, ਰਸਤੇ ਤੇ ਚੱਲਿਆ ਫਿਰੂਗਾ, ਕੋਈ ਪ੍ਰੋਬਲਮ ਨਹੀਂ। ਦੂਜਾ ਉਪਾਅ ਜਿਹੜਾ ਉਹ ਪਾਰਾ ਵਾਲਾ, ਜਿਹੜਾ ਤੁਸੀਂ ਕਹਿੰਦੇ ਚਿੱਟਾ ਮੋਤੀ ਵਾਂਗੂ ਕਰਨਾ ਨਹੀਂ, ਕਈ ਲੋਕ ਚਿੱਟਾ ਮੋਤੀ ਵੇਚ ਦਿੰਦੇ ਆ, ਉਹ ਫਿਰ ਕਲਚਰਡ ਪਲ ਵੇਚੀ ਜਾਂਦੇ ਆ। ਕਲਚਰਡ ਪਲ ਸਸਤੇ ਹੁੰਦੇ ਆ ਤਾਂ ਉਹ ਵਿਕ ਜਾਂਦੇ ਆ, ਲੋਕੀ ਲੈ ਵੀ ਲੈਂਦੇ ਆ। ਨਹੀਂ ਪਤਾ ਨਹੀਂ, ਮੰਮੀ ਇੰਡੀਆ ਤੋਂ ਬਣਵਾ ਕੇ ਲੈ ਕੇ ਜੀ। ਮੈਂ ਇਹਦੇ ਬਾਰੇ ਮੈਂ ਲਾਈਵ ਸ਼ੋਅ ਤੇ ਨਹੀਂ ਗੱਲ ਕਰ ਸਕਦਾ, ਸੌਰੀ। ਮੈਂ ਦੱਸਣਾ, ਤੁਸੀਂ ਪਹਿਲਾਂ ਗੱਲ ਮੇਰੀ ਪੂਰੀ ਸੁਣ ਲਓ। ਰੀਅਲ ਪਰਲ ਚਾਂਦੀ ਦੇ ਚੌਰਸ ਟੁਕੜੇ ਜੜਵਾ ਕੇ ਇਹਦੇ ਗਲੇ 'ਚ ਪਾਉਣਾ, ਪਹਿਲੀ ਗੱਲ। ਦੂਜੀ ਗੱਲ ਜਿਹੜਾ ਬਹੁਤ ਜ਼ਰੂਰੀ ਹੈ, ਆਪਣੇ ਘਰ ਦੀ ਡੋਰ ਸਟੈਪ ਥੱਲੇ ਚਾਂਦੀ ਦੀ ਪੱਤੀ ਲਗਾਉਣੀ ਹੈ।
ਆਪਣੇ ਘਰ ਦੀ ਦਹਲੀਜ਼ ਦੇ ਉੱਤੇ ਚਾਂਦੀ ਦੀ ਪੱਤੀ ਲਗਾਣੀ ਹੈ ਔਰ ਘਰ ਦੇ ਅੰਦਰਲੇ ਪਾਸੇ ਸੱਜੇ ਪਾਸੇ ਚਾਂਦੀ ਦੀ ਇੱਕ ਬਾਰ ਬਣਵਾ ਕੇ ਉਹ ਜ਼ਮੀਨ 'ਚ ਦਬ ਦੇਣੀ ਹੈ। ਬਾਹਰਲੇ ਪਾਸੇ ਗਾਰਡਨ ਵਾਲੇ ਪਾਸੇ? ਨਹੀਂ ਜੀ, ਨਹੀਂ 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 ਚੰਦ ਪਹਿਲਾ ਸਟੈਪ, ਘਰ ਦੀ ਡੋਰ ਸਟੈਪ ਥੱਲੇ ਚਾਂਦੀ ਦੀ ਪੱਤੀ ਲਗਾਓ। ਦੂਜਾ ਉਪਾਏ, ਘਰ ਦੇ ਅੰਦਰਲੇ ਪਾਸੇ ਦਰਵਾਜ਼ੇ ਦੇ ਅੰਦਰਲੇ ਪਾਸੇ ਸੱਜੇ ਪਾਸੇ ਚਾਂਦੀ ਦੀ ਇੱਟ ਬਣਵਾ ਕੇ ਦਬ ਦੇਣੀ ਹੈ। ਅੱਛਾ। ਹਾਂ, ਅਗਲਾ ਉਪਾਏ ਜਿਹੜਾ ਬਹੁਤ ਜ਼ਰੂਰੀ ਹੈ, ਜਿਹੜਾ ਤੁਹਾਨੂੰ ਕਰਨਾ ਚਾਹੀਦਾ ਹੈ, ਧੀ ਧਿਆਣੀਆਂ ਨੂੰ ਇਹਦੇ ਹੱਥੋਂ, ਜਿਨ੍ਹਾਂ ਦੀ ਉਮਰ 13 ਸਾਲ ਤੋਂ ਛੋਟੀ ਹੋਵੇ, ਉਹਨਾਂ ਨੂੰ ਗ੍ਰੀਨ ਡਰੈਸਸ ਦਿਓ, ਪੈਸੇ ਦੇ ਦਿਆ ਕਰੋ ਇਹਦੇ ਹੱਥੋਂ। ਇਹ ਉਪਾਅ ਸਾਲ 'ਚ 1 ਵਾਰੀ 2 ਵਾਰੀ 4 ਵਾਰੀ ਕਰਵਾਉਂਦੇ ਰਿਹਾ ਕਰੋ। ਉਹ ਉਪਾਅ ਬਹੁਤ ਜ਼ਰੂਰੀ ਹੈ। ਅਗਲਾ ਉਪਾਅ, ਇਹਦੇ ਹੱਥੋਂ ਧਾਰਮਿਕ ਪੁਰਸ਼ਾਂ ਨੂੰ ਕੰਬਲ ਕੇਲੇ ਪੈਸੇ ਦਵਾ ਦਿਆ ਕਰੋ। ਇਹ ਬਹੁਤ ਜ਼ਰੂਰੀ ਹੈ। ਇਹਦੇ ਹੱਥੋਂ ਗੁਰਦੁਆਰਾ ਸਾਹਿਬ 'ਚ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਦੋ। ਇਹਦੀ ਸੇਵਾ ਲੱਗੀ ਹੋਈ ਹੈ ਇਹਨੂੰ। ਕੜਾਹ ਪ੍ਰਸ਼ਾਦ ਦੀ ਦੇਗ, ਆਟਾ ਘਿਓ ਖੰਡ, ਆਟਾ ਘਿਓ ਖੰਡ, ਠੀਕ, 3 ਚੀਜ਼ਾਂ ਹੁੰਦੀਆਂ। ਇਹ ਸੁੱਕਾ ਚੀਜ਼ਾਂ ਦੇ ਦਿਓ। ਜਦੋਂ ਇਹਨੂੰ ਥੋੜਾ ਜਿਹਾ ਤੁਸੀਂ ਐਤਵਾਰ ਵਾਲੇ ਦਿਨ ਸਾਰੇ ਗੁਰਦੁਆਰਿਆਂ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਆ, ਉੱਥੇ ਲੈ ਕੇ ਜਾਓ ਇਹਨੂੰ ਫੜ ਕੇ। ਨਹੀਂ, ਗੁਰਦੁਆਰੇ ਤੇ ਜਾਂਦਾ ਮੇਰੇ। ਨਹੀਂ, ਮੇਰੀ ਗੱਲ ਸੁਣ ਲਓ। ਜਦੋਂ ਉੱਥੇ ਸੇਵਾ ਹੋਵੇ ਨਾਲ ਖੜਾ ਕਰੋ ਇਹਨੂੰ, ਤਾਂ ਕਿ ਇਹਨੂੰ ਆਸ਼ੀਰਵਾਦ ਤਾਂ ਪ੍ਰਾਪਤ ਹੋਵੇ। ਹਾਂ, ਉਹ ਤੇ ਦੇਗ ਦੇ ਵਿੱਚ ਇਹਦਾ ਸ਼੍ਰੇ ਪਵਾਓ, ਉਹ ਬਹੁਤ ਜ਼ਰੂਰੀ ਹੈ। ਮੈਂ ਨਾ ਗੁਰਦੁਆਰੇ ਵਾਲਿਆਂ ਨੂੰ ਪੁੱਛਿਆ ਸੀ, ਮੈਂ ਕਿ ਪ੍ਰਸ਼ਾਦ ਦਾ ਸਮਾਨ ਮੈਂ ਦਿੰਦੀ, ਤੁਸੀਂ ਪ੍ਰਸ਼ਾਦ ਬਣਾ ਲਓ। ਉਹ ਕਹਿੰਦੇ ਅਸੀਂ ਇਦਾਂ ਬਣਾ ਨਹੀਂ ਸਕਦੇ। ਨਹੀਂ, ਬਣਾ ਨਹੀਂ ਸਕਦੇ, ਉੱਥੇ ਸਮਾਨ ਰੱਖ ਦਿਓ, ਆਓ ਤਾਂ ਬਣਾਉਣਾ ਤਾਂ ਉਹਨਾਂ ਨੇ ਹੁੰਦਾ ਹੀ ਹੈ। ਹਾਂ, ਉਹ ਇਹ ਨਹੀਂ ਕਹੋਗੇ ਵੀ ਤੁਹਾਡੇ ਪ੍ਰਸ਼ਾਦ ਦਾ ਅਸੀਂ ਸਮਾਨ ਬਣਾਈਏ, ਇਦਾਂ ਨਹੀਂ ਕਰਦੇ ਹੋ। ਪਰ ਘਿਓ, ਆਟਾ ਘਿਓ ਖੰਡ ਤਾਂ ਲੱਗਣੀ ਤਾਂ ਉੱਥੇ ਹੀ ਹੈ। ਲੱਗਣੀ ਉੱਥੇ ਹੀ ਹੈ। ਹਾਂ, ਬਾਬੇ ਦੀ ਕਿਚਨ 'ਚ, ਜਿਹੜੇ ਗੁਰੂ ਮਹਾਰਾਜ ਦੀ ਕਿਚਨ 'ਚ ਰੱਖਦੇ ਹੋ, ਲੱਗਣੀ ਤਾਂ ਉੱਥੇ ਹੀ ਹੈ। ਉੱਥੇ ਹੀ ਹੈ, ਠੀਕ ਹੈ ਨਾ, ਉਹ ਕੋਈ ਗੱਲ ਨਹੀਂ। ਪਰ ਇਹਦਾ ਤੁਸੀਂ ਪੁਰਸ਼ਾਰਥ ਪਾਲਣਾ ਹੈ ਔਰ ਇਹਨੂੰ ਬਹੁਤੇ ਨੀਲੇ ਕੱਪੜੇ ਨਹੀਂ ਪਾਉਣ ਦੇਣੇ। ਠੀਕ ਹੈ। ਔਰ ਇੱਕ ਇਹਦਾ ਉਪਾਅ ਮੈਂ ਹੋਰ ਦੇਣਾ ਚਾਹੁੰਦਾ, ਨੇਤਰਹੀਨਾਂ ਨੂੰ ਪੈਸੇ ਜਾਂ ਖਾਣ ਪੀਣ ਦੀਆਂ ਚੀਜ਼ਾਂ ਜਾਂ ਸਨੈਕਸ ਦਵਾ ਦਿਆ ਕਰੋ, ਬਹੁਤ ਜ਼ਰੂਰੀ ਹੈ। ਕਿਹਨਾਂ ਨੂੰ? ਜਿਹੜੇ ਬਲਾਈਂਡ ਹੁੰਦੇ ਆ, ਕਿਸੇ ਬਲਾਈਂਡ ਸਕੂਲ ਜਾਓ, ਉੱਥੇ ਸਨੈਕ ਦੇ ਦਿਓ, ਪੈਸੇ ਦੇ ਦਿਓ, ਇਹਦੇ ਹੱਥੋਂ ਦਵਾ ਦਿਓ, ਇਹਨੂੰ ਹੈਲਪ ਹੁੰਦੀ ਰਹੇਗੀ। ਹੋਲਡ ਕਰੋ ਜੀ, ਅਸੀਂ ਬ੍ਰੇਕ ਵੱਲ ਜਾ ਰਹੇ ਹਾਂ। होल्ड करो जी, मैं ब्रेक च गल करांगा तुहाडे नाल। जा रहे हैं ब्रेक की तरफ। विद इन 4 मिनट्स आई विल बी बैक। मिलूंगा आपसे, बात करूंगा आपसे। थैंक यू। हाँ जी, बोलो। हाँ जी, ਇਹ ਕਿਤੇ ਤੇ ਉਦਾਂ ਮੈਨੂੰ ਇਹੀ ਗੱਲ ਦਾ ਡਰ ਰਹਿੰਦਾ ਕਰਕੇ। ਉਦਾਂ ਤਾਂ ਗੁੱਸਾ ਬਹੁਤ ਆਉਂਦਾ, ਪਰ ਇਹਨਾਂ ਗੱਲਾਂ ਦਾ ਡਰ ਆ। ਬਸ ਇਹ ਥੋੜਾ ਜਿਹਾ ਤੁਹਾਨੂੰ ਆ ਜਿਹੜੇ ਹੁਣ 18 ਸਾਲ ਚੱਲਨੇ ਆ, ਰਾਹੂ ਦੇ ਹੈ। ਰਾਹੂ ਦੇ? ਹਾਂ। ਤੇ ਮੰਗਲ ਦਾ ਅੱਗੇ ਕਹਿੰਦੇ ਸੀ, ਮੰਗਲ ਦਾ ਗ੍ਰਹਿ। ਮੈਂ ਅੱਗੇ ਮੰਗਲ ਦਾ ਨਹੀਂ, ਮੰਗਲ ਦਾ ਦੇਖੋ ਜੀ, ਮੰਗਲ ਦਾ ਗ੍ਰਹਿ ਤਾਂ ਖਤਮ ਹੋ ਜਾਣਾ ਹੈ ਇਸ ਸਾਲ ਦੇ ਐਂਡ 'ਚ। ਐਂਡ 'ਚ, ਸਾਲ ਦੇ ਐਂਡ 'ਚ? ਇਸ ਸਾਲ ਦਾ ਚੱਲੂਗਾ ਮੰਗਲ, ਉਹ ਗਿਆ ਨਹੀਂ ਹੈ ਕਿਤੇ। ਮੰਗਲ ਦਾ ਗ੍ਰਹਿ ਤਾਂ ਇਸ ਸਾਲ ਦੇ ਐਂਡ 'ਚ ਖਤਮ ਹੋਣਾ ਹੈ। ਜਿਹੜਾ ਰਾਹੂ ਦਾ ਪੀਰੀਅਡ ਹੈ ਉਹ ਕਾਫੀ ਜ਼ਿਆਦਾ ਡਿਫਿਕਲਟ ਪੀਰੀਅਡ ਹੋਏਗਾ। ਹਾਂ, ਰਾਹੂ ਦਾ ਪੀਰੀਅਡ ਮਾਂ ਦੀ ਸਿਹਤ ਵਾਸਤੇ ਵੀ ਡਿਫਿਕਲਟ ਹੈ। ਰਾਹੂ ਦਾ ਉਦਾਂ ਜਿੱਦਾਂ ਐਵਰੀ ਮਹੀਨੇ ਦੇ ਵਿੱਚ ਇੱਕ ਵਾਰੀ ਜਿੱਦਾਂ ਦਾਲਾਂ, ਆਟਾ ਲੈ ਕੇ ਗੁਰਦੁਆਰੇ ਵੀ ਚੜਾਇਆ ਹੁੰਦੀ ਆ। ਉਹ ਤਾਂ ਤੁਹਾਡੀ ਚਲੋ ਠੀਕ ਹੈ, ਪਰ ਇਹਦਾ ਹੈ ਕਿ ਇਹਦੇ ਹੱਥੋਂ ਤੁਹਾਨੂੰ ਆ ਜਿਹੜਾ ਰਾਹੂ ਦੇ ਵਾਸਤੇ, ਕਿਉਂਕਿ ਰਾਹੂ ਦਾ ਪੀਰੀਅਡ 18 ਸਾਲ ਵਾਸਤੇ ਹੈ। ਰਾਹੂ ਦਾ ਪੀਰੀਅਡ ਮਾਂ ਵਾਸਤੇ ਥੋੜਾ ਭਾਰਾ ਹੋਏਗਾ। ਰਾਹੂ ਦਾ ਪੀਰੀਅਡ, ਉਹਦੇ 'ਚ ਪੜ੍ਹਾਈ ਇਹਦੀ ਵਿੱਚੇ ਰੁਕ ਸਕਦੀ ਹੈ, ਵਿੱਚੋਂ ਹੀ ਛੱਡ ਸਕਦਾ ਹੈ। ਰਾਹੂ ਦੇ ਪੀਰੀਅਡ 'ਚ ਪੁੱਠੇ ਸਿੱਧੇ ਲੋਕਾਂ ਨਾਲ ਆਪਣੀਆਂ ਇੰਟਰੋਡਕਸ਼ਨਾਂ ਹੋ ਗਈਆਂ ਤੇ ਆਪਾਂ ਖੱਜਲ ਹੋਣ ਨੂੰ ਫਿਰਾਂਗੇ। ਫਿਰ ਰਾਹੂ ਦਾ ਪੀਰੀਅਡ ਉਹ ਹੈਗਾ, ਉਸ ਟਾਈਮ ਆਪਾਂ ਸਫਰ ਕਰ ਸਕਦੇ ਹਾਂ, ਬਿਮਾਰ ਹੋ ਸਕਦੇ ਹਾਂ। ਰਾਹੂ ਦਾ ਪੀਰੀਅਡ ਇੱਦਾਂ ਆਪਾਂ ਫਿਰ ਗਲਤ ਲੋਕਾਂ 'ਚ ਬਹਿ ਕੇ ਫਿਰ ਉਹਦੇ ਨਾਲ ਪ੍ਰੋਬਲਮਸ ਹੋ ਜੂਗੀਆਂ। ਹਾਂ, ਰਾਹੂ ਦਾ ਪੀਰੀਅਡ ਇੱਦਾਂ ਹੁੰਦਾ ਹੈ ਕਿ ਜਦੋਂ ਆਪਾਂ ਨੂੰ ਲੋਕ ਦੰਡਿਤ ਕਰਦੇ ਆ, ਪਨਿਸ਼ ਕਰਦੇ ਆ। ਹਾਂ, ਇਹ ਵੀ ਆਪਣਾ ਕਸੂਰ ਨਹੀਂ ਵੀ ਹੁੰਦਾ ਤਾਂ ਵੀ ਸਾਰੀ ਦੁਨੀਆ ਸਾਨੂੰ ਡੱਕੀ ਜਾਂਦੀ ਹੈ। ਲੋਕੀ ਲਾ ਕੇ ਮਾਰੀ ਜਾਂਦੇ ਆ, ਲੋਕ ਬੈਰ ਪੈ ਜਾਂਦੇ ਆ, ਲੋਕ ਦੁਸ਼ਮਣੀ ਕਰ ਲੈਂਦੇ ਆ। ਉਸ ਟਾਈਮ 'ਚ ਆਪਾਂ ਨੂੰ ਰਾਹੂ ਤੰਗ ਕਰਨ ਆਇਆ ਹੈ। ਬਸ ਰਾਹੂ ਤੰਗ ਕਰਨਾ। ਹਾਂ, ਉਸ ਟਾਈਮ ਆਪਣੇ ਫਿਰ ਸਾਰੇ ਲੋਕੀ ਜੁੱਤੀ ਲਾ ਕੇ ਬੈਠੇ ਆ ਸਾਡੇ ਲਈ। ਬਸ ਆਪਣਾ ਕਸੂਰ ਕਾਇ ਨਹੀਂ ਹੈ ਜਾਂ ਨਹੀਂ ਹੈ, ਉਹ ਗੱਲ ਵੱਖਰੀ ਹੈ। ਉਦੋਂ ਸਾਰੇ ਲੋਕਾਂ ਨੇ ਜੁੱਤੀ ਲਾਈ ਹੋਈ ਹੈ, ਬਸ ਚਿੱਤਰ ਪਰੇਡ ਦੀ ਕਰੋ ਚੰਗੀ ਤਰ੍ਹਾਂ। ਉਹ ਟਾਈਮ ਇੱਦਾਂ ਦਾ। ਰਾਹੂ ਦਾ ਪੀਰੀਅਡ ਉਹ ਹੈ, ਉਹ 'ਚ ਅਚਾਨਕ ਪ੍ਰੋਬਲਮਸ ਹੋਣੀਆਂ। ਰਾਹੂ ਦਾ ਪੀਰੀਅਡ ਹੁੰਦਾ ਆਪਾਂ ਲੋਕਾਂ ਦੇ ਕਲੇਸ਼ਾਂ 'ਚ, ਸੀੜ ਸਿਆਪਿਆਂ 'ਚ ਫਸ ਜਾਂਦੇ ਆ। ਇਹ ਟਾਈਮ ਹੈ ਉਹਦਾ।
ਉਧਰ ਮੈਂ ਕੀਤਾ ਸੀ ਇੰਡੀਆ ਦੇ ਵਿੱਚ ਪੈਸੇ ਭੇਜੇ ਸੀ ਵੀ ਇਹਦੇ ਹੱਥ ਲਵਾ ਕੇ ਤੇ ਇੰਡੀਆ ਚ ਜਿੱਦਾਂ ਨਾ ਬੰਦਾ ਸੀ ਉਹਨੂੰ ਕੱਪੜੇ ਵੀ ਦਵਾਤੇ ਸੀ, ਉਹਨੂੰ 5 ਵਾਰੀ ਫੁਲਕਾ ਵੀ ਛਕਾਇਆ ਸੀ ਮੈਂ। ਇਦਾਂ ਹੈਗਾ ਜੀ, ਉੱਥੇ ਜੇ ਤੁਸੀਂ ਕਿਤੇ ਆਪ ਜਾਂਦੇ ਹੋਵੋ ਨਾ ਤੇ ਫਿਰ ਉੱਥੇ ਬਲਾਈਂਡ ਇੰਸਟੀਚਿਊਟ ਦੇ ਵਿੱਚ ਜਾ ਕੇ ਲੰਗਰ ਲਗਵਾ ਦਿਓ। ਹੁਣ ਜਦੋਂ ਮੰਮੀ ਮੁੜ ਕੇ ਗਈ, ਮੇਰੇ ਸੱਸ ਮੇਰੀ ਜਾਂਦੀ ਹੁੰਦੀ ਆ, ਉਹ ਵੀ ਕਰਾ ਸਕਦੀ ਹੈ ਨਾ। ਹਾਂਜੀ ਹਾਂਜੀ, ਕਰਵਾ ਸਕਦੀ ਹੈ, ਕਰਵਾ ਸਕਦੀ ਹੈ। ਉਹ ਕਰਕੇ ਇਹਦੇ ਹੱਥੋਂ ਪੈਸੇ ਲਵਾ ਕੇ ਨਾ ਹੱਥ ਲਵਾ ਕੇ ਤੇ ਦੇ ਦਈਏ ਤਾਂ ਉਹ ਕਰਾ ਸਕਦੀ ਹੈ। ਹਾਂਜੀ, ਉਹ ਕਰਵਾ ਸਕਦੀ ਹੈ, ਕਰਵਾ ਸਕਦੀ ਹੈ। ਫਿਰ ਜਿੱਦਾਂ ਇੱਥੇ ਪ੍ਰਸ਼ਾਦ ਨਹੀਂ ਸੀ ਲੈਂਦੇ, ਮੈਂ ਇੰਡੀਆ ਗੁਰਦੁਆਰਾ ਆ ਉੱਥੇ ਮੈਂ ਹਰ ਐਤਵਾਰ ਇਹਨੇ ਪ੍ਰਸ਼ਾਦ ਲੈਂਦੇ ਇੱਥੇ ਉਹ ਤੁਸੀਂ ਕੜਾ ਜਿੱਦਾਂ ਆਟਾ, ਘਿਓ, ਸ਼ੂਗਰ 3 ਚੀਜ਼ਾਂ ਦਿਓ। ਨਹੀਂ, ਮੈਂ ਜਿੱਦਾਂ ਇੱਥੇ ਲੈ ਕੇ ਗਈ, ਮੈਂ ਕਿਚਨ 'ਚ ਲੈ ਕੇ ਗਈ ਨਾ, ਉਹ ਕਹਿੰਦੇ ਅਸੀਂ ਏਦਾਂ ਨਹੀਂ ਲੈਂਦੇ, ਉੱਪਰ ਰੱਖਦੇ, ਮਹਾਰਾਜ ਦੇ ਮੂੰਹ ਰੱਖਦੇ। ਹਾਂ, ਉਹ ਠੀਕ ਹੈ, ਉਹ ਵੀ ਠੀਕ ਹੈ, ਉੱਥੇ ਰੱਖ ਦਿਆ ਕਰਾਂ। ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਗੁਰੂ ਮਹਾਰਾਜ ਦੇ ਅੱਗੇ ਰੱਖ ਕੇ ਅਰਦਾਸ ਕਰ ਦੇਣੀ, ਬਸ ਅਰਦਾਸ ਕਰ ਦੇਣੀ। ਮੈਂ ਪ੍ਰਸ਼ਾਦ ਦਾ ਸਮਾਨ ਚੜਾਇਆ। ਹਾਂ, ਉਹ ਤਾਂ ਸੁਣਦੇ ਆ ਤੁਹਾਡੀ ਗੱਲ, ਹੈ। ਠੀਕ ਹੈ ਨਾ। ਫਿਰ ਮੈਂ ਉੱਥੇ ਜੋਤ ਵਿੱਚ ਵੀ ਮੈਂ ਘੇ ਲੈ ਕੇ ਜਾਂਦੀ, ਜੋਤ ਵਿੱਚ ਘੇ ਪਾ ਕੇ ਆਉਂਦੀ ਹੁੰਦੀ। ਹਾਂ ਬਸ ਠੀਕ ਹੈ, ਉਹ ਤੁਸੀਂ ਉੱਥੇ ਜਾ ਕੇ ਮਹਾਰਾਜ ਸਾਹਮਣੇ ਹਜ਼ੂਰੀ ਚ ਉਹਨਾਂ ਦੀ ਰੱਖ ਦਿਓ, ਦੈਟਸ ਇਟ। ਠੀਕ ਹੈ ਨਾ।